ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਗੁਰੂ ਜੁਗੋ ਚੋ ਅਟਲ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਅਕਾਲ ਪੁਰਖ ਦੀ ਨਦਰ ਅਸੀਸ ਸਦਕਾ ਰੋਜ਼ ਸਵੇਰੇ ਗੁਰਮਤਿ ਕਲਾਸ ਦੀ ਇੱਥੋਂ ਦੇ ਸਮੇਂ ਮੁਤਾਬਕ ਆਪਾਂ ਹਾਜ਼ਰੀ ਭਰਦੇ ਹਾਂ। ਕੱਲ ਦੀ ਕਲਾਸ ਵਿੱਚ ਅਸੀਂ ਪ੍ਰਿੰਸੀਪਲ ਸੁੰਦਰ ਸਿੰਘ ਜੀ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਸੀ। ਲੜੀਵਾਰ ਵਿਚਾਰ ਸਿੱਧ ਗੋਸ਼ਟ ਬਾਣੀ ਦੀ ਜੋ ਗੁਰੂ ਪਾਤਸ਼ਾਹ ਜੀ ਨੇ ਜੁਗਤੀ ਬਖਸ਼ੀ ਹੈ, ਜਿੰਨੀ ਕੁ ਸੋਝੀ ਬਖਸ਼ੀ ਹੈ, ਪਰ ਰਲ ਮਿਲ ਕੇ ਵਿਚਾਰਾਂ ਕਰ ਰਹੇ ਹਾਂ। ਅੱਜ ਦੀ ਕਲਾਸ ਆਪਾਂ ਆਰੰਭ ਕਰੀਏ। ਅੱਜ ਦੀ ਕਲਾਸ ਆਰੰਭ ਕਰਨ ਤੋਂ ਪਹਿਲਾਂ ਅਸੀਂ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਾਂਗੇ। ਕਲਾਸ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਾਂਗੇ। ਸਾਰਿਆਂ ਨੂੰ ਬੇਨਤੀ ਹੈ, ਮਨ ਬਿਰਤੀਆਂ ਇਕਾਗਰ ਕਰੀਏ ਔਰ ਗੁਰੂਦੇਵ ਪਾਤਸ਼ਾਹ ਦੇ ਚਰਨਾਂ ਜੁੜੀਏ, ਤਦ ਕਿ ਸਾਨੂੰ ਗੁਰੂ ਦੀ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਪਹੁੰਚ ਜਾਏ। ਆਓ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਸਦਕਾ ਅਸੀਂ ਪਿਛਲੀਆਂ ਇਹਨਾਂ ਇਕੱਤਰਤਾਵਾਂ ਵਿੱਚ, ਇਹਨਾਂ ਕਲਾਸਾਂ ਵਿੱਚ ਸਿੱਧ ਗੋਸ਼ਟ ਦੀਆਂ 23 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। 23ਵੀਂ ਪੌੜੀ ਆਪਾਂ ਵਿਚਾਰ ਕੀਤੀ ਸੀ, ਉਹਦੇ ਵਿੱਚ ਸਤਿਗੁਰੂ ਜੀ ਨੇ 21ਵੀਂ ਤੇ 22ਵੀਂ ਪੌੜੀ ਵਿੱਚ ਪੁੱਛੇ ਹੋਏ ਪ੍ਰਸ਼ਨਾਂ ਦਾ ਉੱਤਰ ਡਿਟੇਲ ਨਾਲ ਦਿੱਤਾ, ਵਿਸਥਾਰ ਨਾਲ ਦਿੱਤਾ। ਕਿਉਂਕਿ ਦੋਨਾਂ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਜੋ ਉੱਤਰ ਦਿੱਤਾ, ਕੇਵਲ ਪਹਿਲੀਆਂ ਪੰਕਤੀਆਂ 'ਚ, ਇਹ ਆਖਰੀ ਪੰਕਤੀਆਂ ਇੱਕ ਲਾਈਨ ਵਿੱਚ ਦਿੱਤਾ, ਤਾਂ ਕਿ ਜੋਗੀਆਂ ਦੇ ਅੰਦਰੋਂ ਜੋ ਹੋਰ ਸਵਾਲ ਹਨ ਉਹ ਵੀ ਬਾਹਰ ਪ੍ਰਗਟ ਹੋ ਜਾਣ। ਹੁਣ ਜੋਗੀਆਂ ਨੂੰ ਤਸੱਲੀ ਕਰਾਉਣ ਲਈ, ਗਿਆਨ ਦੀ ਗੱਲ ਬਖਸ਼ਣ ਲਈ ਹਜ਼ੂਰ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇੱਥੋਂ ਜਵਾਬ ਜਿਹੜੇ ਹਨ ਵਿਸਤਾਰ ਨਾਲ ਸ਼ੁਰੂ ਕੀਤੇ। ਔਰ 23ਵੀਂ ਪੌੜੀ ਤੇ 24ਵੀਂ ਪੌੜੀ, ਇਹਨਾਂ ਦੋਨਾਂ ਪੌੜੀਆਂ ਵਿੱਚੋਂ ਸਵਾਲਾਂ ਦੇ ਪਿਛਲਿਆਂ ਦੇ ਜਵਾਬ ਚੱਲਦੇ ਆ ਰਹੇ ਹਨ। 25ਵੀਂ ਪੌੜੀ ਤੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਮਤ ਦੀ ਵਿਆਖਿਆ, ਗੁਰਮਤਿ ਦਾ ਸਿਧਾਂਤ ਕੀ ਹੈ, ਗੁਰਬਾਣੀ ਕੀ ਆਖਦੀ ਹੈ, ਸ਼ਬਦ ਨੇ ਕੀ ਸਾਨੂੰ ਸੇਧ ਬਖਸ਼ੀ ਹੈ,
ਇਹ 42ਵੀਂ ਪੌੜੀ ਤੱਕ ਇਹੋ ਹੀ ਵਿਚਾਰ ਗੁਰੂ ਪਾਤਸ਼ਾਹ ਦੇ ਚੱਲਦੇ ਹਨ। ਅੱਗੋਂ ਫਿਰ ਸਵਾਲ ਜਵਾਬ ਦਾ ਵਿਸ਼ੇ ਆਰੰਭ ਹੋ ਜਾਂਦੇ ਨੇ। ਤੇ ਜੋਗੀ ਬਾਰ-ਬਾਰ ਸਿੱਧ ਪੁੱਗੇ ਹੋਏ ਜੋਗੀ ਬਾਰ-ਬਾਰ ਸਵਾਲ ਪੁੱਛਦੇ ਰਹੇ ਤੇ ਗੁਰੂ ਪਾਤਸ਼ਾਹ ਬਾਰ-ਬਾਰ ਆਪਣੇ ਜਵਾਬਾਂ ਨਾਲ ਉਹਨਾਂ ਦੀ ਤਸੱਲੀ ਕਰਾਉਂਦੇ ਰਹੇ। ਜੋ 23ਵੀਂ ਪੌੜੀ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਵੀ ਸ੍ਰਿਸ਼ਟੀ ਦਾ ਮੁੱਢ ਤੁਸੀਂ ਸਵਾਲ ਕੀਤਾ ਸੀ ਵੀ ਸ੍ਰਿਸ਼ਟੀ ਦਾ ਮੁੱਢ, ਕਹਿੰਦੇ ਤਾਂ ਵਿਚਾਰ ਹੀ ਬੜੀ ਹੈਰਾਨੀ ਪੈਦਾ ਕਰਨ ਵਾਲੀ ਹੈ। ਇਹ ਗੱਲ ਤਾਂ ਸੋਚਦਿਆਂ ਹੀ ਮਨ 'ਚ ਹੈਰਾਨੀ ਹੋ ਜਾਂਦੀ ਹੈ ਕਿ ਸ੍ਰਿਸ਼ਟੀ ਦਾ ਮੁੱਢ ਕਿਵੇਂ ਬਣਿਆ, ਕਰਤਾਰ ਨੇ ਕਿਵੇਂ ਬਣਾਇਆ। ਇਹ ਤਾਂ ਬਸ ਵਿਸਮਾਦ ਹੀ ਹੈ। ਅਚਰਜ ਅਚਰਜ, ਵਾਹ 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 ਆਪਣੇ ਮੂੰਹ ਤੋਂ ਨਿਕਲ ਜਾਂਦੀ ਹੈ, ਆਹ ਮੁਹਾਰੇ ਨਿਕਲ ਜਾਂਦੀ ਹੈ। ਉਸ ਵੇਲੇ ਕਹਿੰਦੇ ਕੇਵਲ ਲਗਾਤਾਰ ਇੱਕ ਰਸ ਨਿਰੰਤਰ ਪ੍ਰਭੂ ਦਾ ਆਪਣਾ ਹੀ ਵਾਸਾ ਸੀ, ਉਹਦਾ ਆਪਣਾ ਹੀ ਵਜੂਦ ਸੀ। ਗਿਆਨ ਦਾ ਅਸਲੀ ਸਾਧਨ ਇਹ ਸੀ, ਜਿਹੜੀਆਂ ਤੁਸੀਂ ਮੁੰਦਰਾਂ ਪੁੱਛੀਆਂ ਸੀ ਗਿਆਨ ਦੀ ਨਿਸ਼ਾਨੀ ਕੀ ਹੈ। ਕਹਿੰਦੇ ਗਿਆਨ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਮਨੁੱਖ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰ ਲਵੇ, ਜਦੋਂ ਸਮਝੋ ਉਹਦੀ ਸੋਚ ਸਰਬੱਤ ਦੇ ਭਲੇ ਵਾਲੀ ਬਣ ਗਈ, ਹਰ ਘਟ ਵਿੱਚ ਉਹਨੂੰ, ਹਰ ਹਿਰਦੇ ਵਿੱਚ, ਹਰ ਜੀਵਾਂ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵਸਦਾ ਨਜ਼ਰ ਆਉਣ ਲੱਗ ਪਿਆ, ਉਦੋਂ ਸਮਝੋ ਅੰਦਰ ਗਿਆਨ ਦੇ ਵਾਸਾ ਹੋ ਗਿਆ। ਬਾਹਰਲਾ ਦਿਖਾਵਾ ਜਾਂ ਬਾਹਰਲੀਆਂ ਮੁੰਦਰਾਂ ਨਾਲ ਗਿਆਨ ਨਹੀਂ ਹੁੰਦਾ। ਗਿਆਨ ਤਾਂ ਅੰਦਰ ਦੀ ਬਾਤ ਹੈ, ਜਿਹੜੀ ਜਪ ਦੀ ਬਾਣੀ ਵਿੱਚ ਵੀ ਮੁੰਦਨ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ ਦੀ ਸਾਰੀ ਪੌੜੀ ਵਿੱਚ ਗੁਰੂ ਪਾਤਸ਼ਾਹ ਨੇ ਗੱਲ ਸਮਝਾਈ ਸੀ। ਫਿਰ ਸਤਿਗੁਰ ਕਹਿੰਦੇ ਤੁਸੀਂ ਪੁੱਛਿਆ ਸੀ ਕਿ ਉਸ ਪ੍ਰਭੂ ਚ ਲੀਨ ਕਿਵੇਂ ਹੋਣਾ। ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਹੀ ਉਸ ਪਰਮੇਸ਼ਰ ਚ ਲੀਨ ਹੋ ਸਕੀਦਾ ਹੈ। ਅਡੋਲ ਅਵਸਥਾ ਵਿੱਚ ਟਿਕਿਆ ਜਦੋਂ ਮਨ ਵਿਕਾਰਾਂ ਦੇ ਫੁਰਨਿਆਂ ਤੋਂ ਉੱਪਰ ਚਲਾ ਜਾਏ, ਜਦੋਂ ਮਨ ਦੀ ਸੋਚ ਸਾਡੇ ਨਿੱਜ ਤੋਂ ਉੱਤੇ ਉੱਠ ਜਾਏ, ਮਨ ਦਾ ਝੁਕਾਅ ਅੰਤਰਾਤਮੇ ਹੋ ਜਾਏ, ਮਨ ਦੇ ਵਿਚਾਰ ਆਤਮਾ ਦੇ ਹੁਕਮ ਵਿੱਚ ਚੱਲਣੇ ਸ਼ੁਰੂ ਹੋ ਜਾਣ, ਤਾਂ ਫਿਰ ਕਹਿੰਦੇ ਨੇ ਅੰਦਰ ਵਸਦਾ ਪ੍ਰਮਾਤਮਾ ਨਿਰੰਜਨ ਪਰਮੇਸ਼ਰ, ਜਿਹੜਾ ਕਾਲਖ ਤੋਂ ਰਹਿਤ ਹੈ, ਜਿਹੜਾ ਮਾਇਆ ਤੋਂ ਪ੍ਰਭੂ, ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ, ਉਹ ਲੱਭ ਪੈਂਦਾ। ਤੇ ਪਾਤਸ਼ਾਹ ਜੀ ਨੇ ਫਿਰ ਦੱਸਿਆ ਸੀ ਵੀ ਨਾਨਕ, ਹੈ ਨਾਨਕ, ਪਰਮੇਸ਼ਰ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਦੇ ਤੁਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ, ਹੋਰ ਕੋਈ ਮਾਰਗ ਨਹੀਂ, ਹੋਰ ਕੋਈ ਕਾਰ ਵੀ ਨਹੀਂ ਕਰਨੀ ਪੈਂਦੀ, ਹੋਰ ਕੋਈ ਮਾਰਗ, ਕੋਈ ਹੋਰ ਰਸਤਾ ਨਹੀਂ ਉਹਨੂੰ ਮਿਲਣ ਲਈ। ਕੋਈ ਪਖੰਡ, ਕੋਈ ਧਰਮ ਦੇ ਕਰਮ, ਕੋਈ ਹੋਰ ਚੀਜ਼ਾਂ, ਇਹਨਾਂ ਦੀ ਕੋਈ ਵੈਲਿਊ ਨਹੀਂ ਜੇ ਅੰਦਰ ਨਾਮ ਦਾ ਵਾਸਾ ਨਹੀਂ ਹੋਇਆ, ਜੇ ਅੰਦਰ ਨਹੀਂ ਪਤੀਜਿਆ, ਅੰਦਰ ਵਾਹ ਨਹੀਂ ਕੀਤਾ, ਬੇਅੰਤ ਬੇਅੰਤ ਇਹਦੇ ਅੰਦਰੋਂ ਨਹੀਂ ਨਿਕਲਿਆ, ਫਿਰ ਕਹਿੰਦੇ ਨੇ ਇਹਦਾ ਕੋਈ ਫਾਇਦਾ ਨਹੀਂ ਹੈ। ਤੇ ਸਤਿਗੁਰੂ ਜੀ ਨੇ ਸਹਾਏ ਸੀ, ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੁਖ ਖੋਜ ਲੈ ਹੈ। ਤੇ ਹੋਰ ਕੋਈ ਕੰਮ ਨਹੀਂ, ਸੱਚੀ ਤੇਰੀ ਕਾਰ ਦੇ ਦਿਆਲ ਤੋਂ, ਹੁਣ ਜੀਵਾ ਨਾਮ ਧਿਆਏ। ਇਹ ਗੁਰੂ ਪਾਤਸ਼ਾਹ ਨੇ ਬਾਣੀ ਚ ਲਿਖਿਆ ਵੀ ਮੈਂ, ਮੇਰਾ ਆਧਾਰ ਤੂੰ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਪਰਮੇਸ਼ਰ ਹੈ, ਤੇ ਆਪਣੇ ਸਿਮਰਨ ਦੀ ਬੰਦਗੀ ਦੀ ਕਾਰ ਮੈਨੂੰ ਦੇ। ਕਾਰ ਦਾ ਮਤਲਬ ਕੰਮ, ਤਦ ਕਿ ਮੈਂ ਤੇਰੇ ਨਾਮ ਵਿੱਚ ਜੁੜ ਸਕਾਂ। ਤੇ ਗੁਰੂ ਸਾਹਿਬ ਜੀ ਨੇ ਫਿਰ ਅਗਲੇ ਗੱਲ ਸਮਝਾ ਦਿੱਤੀ ਕਿ ਜਿਹੜਾ ਮਨੁੱਖ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਗੁਰੂ ਦੇ ਹੁਕਮਾਂ ਵਿੱਚ ਰਹਿ ਕੇ ਸੇਵਾ ਕਰਦਾ ਹੈ, ਉਹ ਨਿਰੰਜਨ ਪ੍ਰਭੂ ਨੂੰ ਆਪਣੇ ਆਪ ਹੀ ਲੱਭ ਲੈਂਦਾ ਹੈ। ਨਿਰੰਜਨ ਪ੍ਰਭੂ ਉਹਦੇ ਅੰਦਰ ਵਸ ਜਾਂਦਾ। ਅੱਗੇ ਤੁਸੀਂ ਪੁੱਛਿਆ ਸੀ ਹੁਕਮ ਮੰਨਣਾ ਕੀ ਹੈ। ਕਹਿੰਦੇ ਖਿਆਲ ਵੀ ਬੜਾ ਹੈਰਾਨੀ ਪੈਦਾ ਕਰਨ ਵਾਲਾ, ਅਸਲ 'ਚ ਸਮਝ ਹੀ ਨਹੀਂ ਸਕੇ। ਜਿਹੜਾ ਬੰਦਾ ਹੁਕਮ ਮੰਨਣ ਦੀ ਖੇਡ ਨੂੰ ਸਮਝ ਜਾਂਦਾ, ਫਿਰ ਸਵਾਲ ਹੀ ਨਹੀਂ ਕਰਦਾ, ਉਹਦੇ ਅੰਦਰ ਸਵਾਲ ਹੀ ਨਹੀਂ ਆਉਂਦੇ ਕਿ ਕਿਉਂ ਹੋਇਆ ਜੀ, ਕਿਸ ਤਰ੍ਹਾਂ ਹੋਇਆ ਜੀ, ਕੀ ਹੋਇਆ ਜੀ, ਕਿਸ ਤਰ੍ਹਾਂ ਹੋਇਆ, ਕੀ ਬਣੇਗਾ, ਇੱਥੇ ਕੀ ਹੋਏਗਾ। ਕਹਿੰਦੇ ਫਿਰ ਉਹ ਇਹੋ ਜਿਹੀਆਂ ਗੱਲਾਂ ਹੀ ਨਹੀਂ ਕਰਦਾ, ਕਿਉਂਕਿ ਉਹਨੂੰ ਜੀਵਨ ਦਾ ਸਾਰਾ ਚਾਲ ਚੱਲਣ ਮਰਿਆਦਾ ਉਸ ਪਰਮੇਸ਼ਰ ਦੀ ਰਜ਼ਾ ਦੇ ਹੁਕਮ ਵਿੱਚ ਹੋ ਜਾਂਦੀ ਹੈ। ਉਹ ਤਾਂ ਆਪਾ ਭਾਵ ਮਿਟਾ ਲੈਂਦਾ ਹੈ, ਅੰਦਰੋਂ ਹਉਮੈ ਦੀ ਦੀਵਾਰ ਨੂੰ ਤੋੜ ਦਿੰਦਾ ਹੈ। ਜਦ ਤੱਕ ਹਉਮੈ ਦੀ ਕੰਧ ਸੀ, ਉਦੋਂ ਤੱਕ ਆਪਾ ਭਾਵ ਜਿੰਨੀ ਦੇਰ ਸੀ ਉਦੋਂ ਤੱਕ ਉਹਦੇ ਨਾਲ ਮਿਲਾਪ ਨਹੀਂ ਹੋਇਆ, ਪਰ ਜਦੋਂ ਆਪਾ ਭਾਵ ਮੁੱਕਿਆ, ਹਉਮੈ
ਦੀ ਕੰਧ ਟੁੱਟ ਗਈ, ਸੱਚ ਨੂੰ ਜਾਣ ਲਿਆ, ਸਹੀ ਜੀ ਤੋਂ ਨਿਰਲੇਪ ਹੈ, ਫਿਰ ਦੁਨੀਆ ਤੋਂ ਵੱਖਰਾ ਹੈ। ਕਮਲ ਦਾ ਫੁੱਲ ਜਿਵੇਂ ਵੱਖਰਾ ਰਹਿੰਦਾ, ਇਸ ਤਰ੍ਹਾਂ ਉਹਦੇ ਜੀਵਨ ਦੀ ਕਹਾਣੀ ਹੈ। ਸਾਖਸ਼ਾਤ ਕਹਿੰਦੇ ਨੇ ਸਦਾ ਕਹਿਣ ਵਾਲਾ ਪ੍ਰਭੂ ਜਿਹਦੇ ਹਿਰਦੇ 'ਚ ਵਸ ਜਾਏ, ਅਸਲ 'ਚ ਜੋਗੀ ਜੀ ਜੋਗ ਰਖਵਾਉਣ ਵਾਲਾ ਜੁੜਿਆ ਹੋਇਆ ਉਹਨੂੰ ਕਹਿ ਸਕਦੇ ਆ। ਬਾਕੀ ਦਿਖਾਵਾ ਬਹੁਤ ਹੈ। ਜੁੜਿਆ ਕੌਣ ਹੈ? ਜੋਗੀ ਕੌਣ ਹੈ? ਜੋਗੀ ਦਾ ਅਰਥ ਹੈ ਜੁੜਿਆ ਹੋਇਆ, ਜੋਗ ਕਰਨਾ, ਜੁੜਨਾ। ਜੁੜਿਆ ਹੋਇਆ ਕੌਣ? ਜੁੜਿਆ ਹੋਇਆ ਕੌਣ ਹੈ? ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਸਾਖਸ਼ਾਤ ਪ੍ਰਭੂ ਦਾ ਵਾਸਾ ਜਿਹੜਾ ਹੈ ਉਹ ਹੋ ਜਾਂਦਾ ਹੈ। ਇਹ ਵਿਚਾਰ ਆਪਾਂ ਪਿਛਲੀ ਵਾਰੀ ਜਿਹੜਾ 23ਵੀਂ ਪੌੜੀ ਵਿੱਚ ਸੰਖੇਪ ਨਾਲ ਆਪਾਂ ਅੱਜ ਵਿਚਾਰ ਕੀਤੀ, ਇਹ ਵਿਚਾਰ ਪਿੱਛੇ ਆਪਾਂ ਕਰ ਰਹੇ ਹਾਂ। ਅੱਜ ਜਿਹੜੀ 24ਵੀਂ ਪੌੜੀ ਹੈ ਉਹਦੀ ਵਿਚਾਰ ਸ਼ੁਰੂ ਹੁੰਦੀ ਹੈ। 24ਵੀਂ ਤੇ 25ਵੀਂ ਪੌੜੀ ਲਗਭਗ ਇੱਕੋ ਜਿਹੇ ਮਿਲਦੇ ਵਿਚਾਰ ਅੱਗੇ ਤੁਰੇ ਜਾਂਦੇ ਹਨ। ਕੋਸ਼ਿਸ਼ ਕਰਾਂਗੇ ਸਮੇਂ ਮੁਤਾਬਕ ਆਪਾਂ ਦੋਨਾਂ ਪੌੜੀਆਂ ਦੀ ਵਿਚਾਰ ਕਰ ਲਈਏ, ਕਿਉਂਕਿ ਇਹਨਾਂ ਦੇ ਵਿਚਾਰ ਜਿਹੜੇ ਆਪੋ 'ਚ ਕਾਫੀ ਚੀਜ਼ਾਂ ਮਿਲਦੀਆਂ ਹਨ ਇੱਕ ਦੂਜੇ ਦੇ ਵਿੱਚ, ਤੇ ਉਹਨਾਂ ਨੂੰ ਦੋਨਾਂ ਪੌੜੀਆਂ 'ਚ ਰਵਾਂਗੇ ਤਾਂ ਉਹਦਾ ਵਿਸਥਾਰ ਜ਼ਿਆਦਾ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਹਨ, ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ, ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲਿਆ। ਇਕ ਏਕੋ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ, ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪਰਗਾਸ ਥੀਆ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਿਆ। ਨਾਨਕ ਤਾਂ ਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਅਵਗਤੋ ਦੇਖਣ ਤੋਂ ਪਰੇ, ਦ੍ਰਿਸ਼ਟੀ ਤੋਂ ਪਰੇ, ਜੋ ਨਾ ਇਹ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਅੱਖਾਂ ਹੀ ਹੋਰ ਨੇ ਜਿਨ੍ਹਾਂ ਨਾਲ ਪਰਮੇਸ਼ਰ ਦਾ ਦੀਦਾਰ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਬਾਣੀ 'ਚ ਸਾਨੂੰ ਗੱਲ ਸਮਝਾਈ ਹੈ। ਅਸੀਂ ਕਹਿੰਦੇ ਜੇ ਹੈ ਤਾਂ ਦਿਸਦਾ ਕਿਉਂ ਨਹੀਂ? ਸਵਾਲ ਕਰ ਦਿੰਦੇ ਆ, ਨਜ਼ਰ ਕਿਉਂ ਨਹੀਂ ਆਉਂਦਾ? ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਹੀ ਹੋਰ ਨੇ ਜਿਹਨਾਂ ਅੱਖਾਂ ਨਾਲ ਦੇਖਣੀਆਂ, ਤਾਂ ਬਾਹਰ ਦੀਆਂ ਅੱਖਾਂ ਸੰਸਾਰ ਨੂੰ ਦਿਖਦੀਆਂ, ਨਿਰੰਕਾਰ ਨੂੰ ਦਿਖਦੀਆਂ ਹੀ ਨਹੀਂ। ਨਿਰੰਕਾਰ ਨੂੰ ਦੇਖਣ ਕਿਉਂਕਿ ਉਹ ਅਦ੍ਰਿਸ਼ਟ ਹੈ, ਦਿਸਦਾ ਨਹੀਂ ਹੈ, ਉਹ ਕਿਸੇ ਸਰੀਰ ਤੋਂ ਪਰੇ ਹੈ, ਉਹਦਾ ਆਪਣਾ ਕੋਈ ਸਰੀਰ ਨਹੀਂ ਹੈ। ਨਿਰਮਾਇਲ, ਨਿਰਮਾਲ ਦਾ ਅਰਥ ਹੈ ਨਿਰਮਲ ਪ੍ਰਭੂ। ਨਿਰਮਾਇਲ ਮੈਲ ਤੋਂ ਬਿਨਾਂ, ਜਿਹਨੂੰ ਮੈਲ ਨਹੀਂ ਲੱਗਦੀ। ਪਵਿੱਤਰ, ਨਿਰਮਾਇਲ ਦਾ ਅਰਥ ਹੈ ਜਿਹਨੂੰ ਮੈਲ ਨਹੀਂ ਲੱਗਦੀ, ਮੈਲ ਤੋਂ ਬਿਨਾਂ। ਜਿਹਦਾ ਸਰੀਰ ਹੀ ਨਹੀਂ ਉਹਨੂੰ ਮੈਲ ਕਿੱਥੋਂ ਲੱਗੇਗੀ? ਮੈਲ ਤਾਂ ਉਸਨੂੰ ਲੱਗਦੀ ਹੈ ਜਿਹਦੀ ਹੋਂਦ ਸਾਨੂੰ ਨਜ਼ਰ ਆਉਂਦੀ ਹੋਵੇ। ਜਿਸ ਦੀ ਹੋਂਦ ਸਾਨੂੰ ਨਜ਼ਰ ਨਹੀਂ ਆਉਂਦੀ, ਕੇਵਲ ਪ੍ਰਤੀਤ ਹੁੰਦੀ ਹੈ, ਔਰ ਸ਼ਬਦ ਵਿੱਚ ਜੁੜ ਕੇ ਉਹਦਾ ਪਤਾ ਲੱਗਦਾ ਹੈ ਵੀ ਉਹਦਾ ਪਸਾਰਾ ਕਿੱਡਾ, ਕਿੱਡਾ ਰੂਪ ਹੈ, ਕਿੱਡੀ ਗੱਲਬਾਤ ਹੈ, ਤੇ ਪਤਾ ਸ਼ਬਦ ਵਿੱਚ ਜੁੜ ਕੇ ਲੱਗਦਾ ਹੈ। ਤੇ ਸਤਿਗੁਰੂ ਜੀ ਫਿਰ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ, ਜਦੋਂ ਇਹ ਨਿਰਮਲ ਪ੍ਰਭੂ ਫਿਰ ਪ੍ਰਗਟ ਹੁੰਦਾ ਨਾ, ਫਿਰ ਉਹਦਾ ਸਰੂਪ ਕੀ ਹੈ? ਉਪਜੇ ਦਾ ਅਰਥ ਹੈ ਪ੍ਰਗਟ ਹੋਣਾ। ਅਵਗਤੋ ਨਿਰਮਾਇਲ, ਨਿਰਮਾਇਲ ਨਿਰਮਲ, ਦ੍ਰਿਸ਼ਟੀ ਤੋਂ ਬਾਹਰ। ਫਿਰ ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਜਦੋਂ ਪ੍ਰਗਟ ਹੁੰਦਾ ਹੈ, ਤੇ ਫਿਰ ਨਿਰਗੁਣ ਤੇ ਸਰਗੁਣ ਕੀਆ। ਨਿਰਗੁਣ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ, ਭਾਵ ਜਿਹੜਾ ਇਹ ਸਰੂਪ ਹੈ ਹੀ ਨਹੀਂ ਸੀ। ਸਰਗੁਣ ਉਸਦਾ ਦਿਸਦਾ ਹੋਇਆ ਸਰੂਪ, ਦਿਸਦਾ ਹੋਇਆ ਪਸਾਰਾ। ਨਿਰਗੁਣ ਅਦ੍ਰਿਸ਼ਟ, ਜਿਹਨੂੰ ਦੇਖਿਆ ਨਹੀਂ ਜਾ ਸਕਦਾ, ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ।
ਫਿਰ ਕਹਿੰਦੇ ਨੇ ਪਰਮੇਸ਼ਰ ਨਿਰਗੁਣ ਤੋਂ ਸਰਗੁਣ ਦਾ ਰੂਪ ਧਾਰਦਾ ਹੈ। ਭਾਵ ਇਹ ਹੈ ਸੂਖਮ ਤੋਂ ਤੇ ਅਸਥੂਲ ਰੂਪ ਜਿਹੜੇ ਪਰਮੇਸ਼ਰ ਦੇ ਹਨ, ਇੱਕ ਸੂਖਮ ਹੈ, ਇੱਕ ਸਥੂਲ ਹੈ। ਇੱਕ ਸੂਖਮ ਦਾ ਨਾ ਦਿਸਦਾ ਨਹੀਂ ਹੈ, ਇੱਕ ਦਿਸਦਾ ਹੈ। ਕਹਿੰਦੇ ਜਦੋਂ ਪ੍ਰਭੂ ਆਪਣੇ ਅਦ੍ਰਿਸ਼ਟ ਆਕਾਰ ਤੋਂ ਸੂਖਮ ਤੇ ਸਥੂਲ ਰੂਪ ਜਿਹੜਾ ਉਹ ਧਾਰਨ ਕਰਦਾ ਹੈ, ਸਰਗੁਣ ਤੇ ਨਿਰਗੁਣ। ਤੇ ਹੁਣ ਥੋੜੀ ਜਿਹੀ ਗੱਲ ਆਪਾਂ ਨੂੰ ਸਮਝਣ ਦੀ ਪਈ, ਅਗਲੀ ਪੌੜੀ 'ਚ ਤਾਂ ਵਿਸਥਾਰ ਕਾਫੀ ਆਇਆ ਹੈ ਵੀ ਪਰਮੇਸ਼ਰ ਦੇ ਸਰੂਪ ਜਿਹੜੇ ਨੇ ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਅਸੀਂ ਸੁਖਮਨੀ ਦੀ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਬਣਾਇਆ ਵੀ ਉਹਨੇ ਆਪ ਹੈ, ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਫਿਰ ਇਹ ਵੀ ਗੱਲ ਪਾਤਸ਼ਾਹ ਕਹਿੰਦੇ, ਹਰ ਬਿਨ ਦੂਜਾ ਨਾਹੀ ਕੋਏ, ਉਸ ਤੋਂ ਬਿਨਾਂ ਹੈ ਵੀ ਕੋਈ ਨਹੀਂ। ਸਰਬ ਨਿਰੰਤਰ ਇੱਕੋ ਸੋਏ, ਹੈ ਵੀ ਇੱਕ ਰਸ ਲਗਾਤਾਰ, ਨਿਰੰਤਰ ਹੈ, ਅੰਤਰ ਤੋਂ ਰਹਿਤ ਲਗਾਤਾਰ। ਫਿਰ ਕਹਿੰਦੇ ਓਤ ਬੋਤ ਰਵਿਆ ਰੂਪ ਰੰਗ, ਕੋਈ ਹੈ ਹੀ ਨਹੀਂ ਥਾਂ ਜਿੱਥੇ ਮੌਜੂਦ ਨਹੀਂ ਹੈ। ਤਾਣੇ ਪੇਟੇ ਵਾਂਗੂ ਏਦਾਂ ਪੂਰਾ ਵਸਿਆ ਹੋਇਆ। ਤਾਣਾ ਪੇਟਾ, ਜਿਵੇਂ ਤਾਣਾ ਪੇਟੇ ਦੀਆਂ ਤੰਦਾਂ ਨੂੰ ਵੱਖਰੇ ਨਹੀਂ ਨਾ ਕਰ ਸਕਦੇ, ਬਿਲਕੁਲ ਸਰੂਪ ਉਹਦਾ ਇਹ ਹੈ। ਗੁਰੂ ਪਾਤਸ਼ਾਹ ਕਹਿੰਦੇ ਓਤ ਪੋਤ ਰਵਿਆ ਰੂਪ ਰੰਗ, ਭੇ ਪ੍ਰਗਾਸ ਸਾਧ ਕੇ ਸੰਗ, ਰਚ ਰਚਨਾ ਆਪਣੀ ਕਲ ਧਾਰੀ। ਫਿਰ ਕਰੀਏ ਕੀ, ਅਨਕ ਬਾਰ ਨਾਨਕ ਬਲਿਹਾਰੀ, ਸਦਕੇ ਬਲਿਹਾਰ ਕੁਰਬਾਨ ਜਿਹਨੇ ਆਪ ਬਣਾਇਆ। ਤਾਂ ਆਪੀ ਨੇ ਆਪ ਸਾਜਿਓ ਹੈ, ਆਪੀ ਨੇ ਰਚਿਓ ਨਾਉ ਹੈ। ਨਾਂ ਵੀ ਉਹਨੇ ਆਪ ਹੀ ਰੱਖਿਆ ਆਪਣਾ, ਸਾਜਿਆ ਵੀ ਉਸ ਮਾਲਕ ਨੇ, ਪਰਮੇਸ਼ਰ ਨੇ, ਕਰਤੇ ਪੁਰਖ ਵਾਹਿਗੁਰੂ ਨੇ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ। ਪਰ ਇਹ ਨਹੀਂ ਵੀ ਬਣਾ ਕੇ ਤੇ ਆਪ ਕਿਤੇ ਲੁਕ ਗਿਆ, ਆਪ ਕਿਤੇ ਅਲੁਪਤ ਹੋ ਗਿਆ, ਦਿਸਦਾ ਨਹੀਂ ਤਾਂ ਮਤਲਬ ਇਹਨੂੰ ਹੈ ਹੀ ਨਹੀਂ। ਅਸੀਂ ਪਿੱਛੇ ਵੀ ਵਿਚਾਰ ਕੀਤੀ ਸੀ ਵੀ ਹਵਾ ਮਾਣੀ ਜਾ ਸਕਦੀ ਹੈ, ਹਵਾ ਅੱਖਾਂ ਨਾਲ ਦੇਖੀ ਨਹੀਂ ਜਾ ਸਕਦੀ, ਮਹਿਸੂਸ ਹੁੰਦੀ ਹੈ, ਚੱਲਦੀ ਹੈ, ਮਹਿਸੂਸ ਹੋ ਰਹੀ ਹੈ, ਚੱਲ ਰਹੀ ਹੈ ਹਵਾ, ਸਾਨੂੰ ਮਹਿਸੂਸ ਹੋ ਰਹੀ ਹੈ, ਅਸੀਂ ਸਪਰਸ਼ ਨਾਲ ਮਹਿਸੂਸ ਕਰਦੇ ਹਾਂ, ਪਰ ਅੱਖਾਂ ਨਾਲ ਹਵਾ ਦੇਖ ਨਹੀਂ ਸਕਦੇ। ਬਸ ਪੱਤੇ ਹਿੱਲਣ ਅਸੀਂ ਕਹਿੰਦੇ ਜੀ ਹਵਾ ਚੱਲਦੀ ਹੈ, ਪੱਤੇ ਖੜੇ ਨੇ ਅਸੀਂ ਕਹਿੰਦੇ ਹਵਾ ਨਹੀਂ ਚੱਲਦੀ, ਪਰ ਹਵਾ ਤਾਂ ਫਿਰ ਵੀ ਚੱਲਦੀ ਹੈ। ਜੇ ਹਵਾ ਹੀ ਨਾ ਚੱਲਦੀ ਹੋਵੇ ਤੇ ਜੀਵਨ ਜਿਹੜਾ ਇੱਕ ਖਿੰਚ ਢੇਰੀ ਹੋ ਜਾਏ। ਸਾਡਾ ਅੰਦਾਜ਼ੇ ਛੋਟੇ ਹਨ, ਸਾਡੀ ਮੱਤ ਵੀ ਛੋਟੀ ਹੈ। ਅਸਲ 'ਚ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਨਾਮ। ਸਮਰੱਥ ਦੀਆਂ ਕਹਾਣੀਆਂ ਅਸੀਂ ਥੋੜੀ ਮੱਤ ਨਾਲ ਕਰਨਾ ਚਾਹੁੰਦੇ ਹਾਂ। ਮੱਤ ਥੋੜੀ ਹੈ ਸਾਡੀ, ਬਸ ਜੇ ਮੱਤ ਥੋੜੀ ਹੈ ਤੇ ਮੱਤ ਥੋੜੀ ਸੇਵ ਗਵਾਈਏ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਆਪਾਂ ਨੂੰ ਉਸ ਪਾਸੇ ਉਹਦੇ ਕਹਾਣੀਆਂ ਦੇ ਵਿੱਚ ਪੈ ਕੇ ਉਲਝਣਾ ਚਾਹੀਦਾ ਹੈ। ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੀ ਪਰਮੇਸ਼ਰ ਸਰਗੁਣ ਸਰੂਪ ਤੇ ਨਿਰਗੁਣ ਸਰੂਪ, ਦੋ ਸਰੂਪਾਂ ਵਿੱਚ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਸਰਗੁਣ ਵੀ ਹੈ, ਨਿਰਗੁਣ ਵੀ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ, ਆਪ ਹੀ ਬਣਾਇਆ। ਸਰਗੁਣ ਸਰੂਪ ਵੀ ਆਪਣਾ ਧਾਰਨ ਕੀਤਾ, ਨਿਰਗੁਣ ਸਰੂਪ ਵੀ ਉਹਦਾ ਹੋਇਆ। ਜਦੋਂ ਹੁਕਮ ਹੋਇਆ ਪਰਮੇਸ਼ਰ ਨੇ ਕੀਤਾ ਪਸਾਓ ਏਕੋ ਕਵਾਓ ਦੇ ਨਾਲ, ਤਾਂ ਉਦੋਂ ਸਰਗੁਣ ਸਰੂਪ ਬਣਾਇਆ। ਸਰਗੁਣ ਸਰੂਪ ਬਣਾਉਣ ਦਾ ਇੱਕ ਸਾਧਨ ਵੀ ਬਣਾਇਆ। ਅੱਗੇ ਵਿਚਾਰ ਉਹਦੀ ਆਂਦੀ ਜਾਏਗੀ। ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਜਦੋਂ ਦ੍ਰਿਸ਼ਟ ਅਵਸਥਾ ਤੋਂ ਪਰਮੇਸ਼ਰ ਨੇ, ਪ੍ਰਭੂ ਨੇ ਜੋ ਪਵਿੱਤਰ ਹੈ, ਨਿਰਮਲ ਹੈ, ਨਿਰਗੁਣ ਰੂਪ ਤੋਂ ਸਰਗੁਣ ਰੂਪ ਬਣਾਇਆ, ਅਦ੍ਰਿਸ਼ਟ ਆਤਮਿਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਸਥੂਲ ਰੂਪ ਧਾਰਨ ਕੀਤਾ,
तदों इस दृष्टवान संसार विचों सतगुर परचै परम पद पाइयै साचे शब्द समाए लिया। सतगुर परचै, देखो गुरु पातशाह क्या कमाल की गल समझाते हैं। परचे का अर्थ है पतीज जाना, जेदा मन गुरु के शब्द नाल पतीज जाता है, पतीज जाता पूरी तरह रंगिया जाना, पूरी तरह विन्या जाना, पूरी तरह एकमिक हो जाना शब्द राही। गुरु के शब्द राही जिस मनुख का मन पूरी तरह परमेश्वर नाल पतीज जाता है, फिर कहते ने वो दृष्टमान संसार विच जिहड़ा संसार दृष्टमान फिर बनाया है, बिनसनहार है, पर बनाया उस करते ने है, क्योंकि जिहड़ी चीज दृष्टि विच है वो बिनसनहार है, जो दृष्टि विच आउंदी है वो नाशवान है, उसदी सदैव रहने वाली नहीं है। दिसदी ओदी कुदरत दिसदी है, कुदरत सदैव रहने वाली नहीं है, मालिक के हुक्म विच बनी है। जदों हुक्म होया ढह ढेरी हो जाता है, रचना का उतल पुतल बन जाता है। संसार दे विच कई पर्वत सन, दरिया चल पैंदे, दरिया सन, उत्ते पर्वत बन गए। ये तो उस मालिक के खेड दे विच सारा कुछ हो रहा, ने खेड बनाई अपनी, और सारे नूं संकोच भी आप लेंदा। खेल संकोच है तो नानक एक है, जे वो संकोच लई फिर कोई स्वरूप है। थोड़ा जिहा आपां नूं दिमाग ला के गल्लां जिहड़ियां हन सोचणियां चाहीदियां हन, ना कि असीं केवल एक ढिंडोरा दे जाइए, नहीं जी बस आह कुछ ही है जो कुछ है, पर इस नूं चलाउण वाली कोई ताकत कोई शक्ति है। सतगुरु जी ने गुरु नानक पातशाह जी कहने लगे भी देखो भाई, उच्ची आत्मक अवस्था उहनूं मिलदी है किहड़ा साचे शब्द समाए, शब्द राही जिहदा मन समाए लिया, पतीज गया पूरी तरह। परचे का अर्थ मन लिया, जिन्हें सतगुरु के शब्द नूं सतगुरु नूं पूरी तरह मन लिया, तो सतगुरु जी फिर कहते हैं भी उन्हें उच्ची आत्मक अवस्था मिल जाती है। तदों समझो ये गल भी किहड़ी गुरु शब्द दे राही एक एको सच एका जानै, हौमे दूजा दूर किया। तो कहते फिर समझना की चाहिए। गुरु पातशाह गुरु नानक साहब कहने लगे भी उच्ची जदों शब्द विच मन पतीज जावे फिर मन किसी पासे जाता ही नहीं, फिर तो कहते गूंगा हो जाता है, बोला हो जाता है, इन्हूं सुनता ही नहीं, पिंगला हो जाता है, जाता ही नहीं, तुरिया ही नहीं जाता। कबीर जी साहब जी ने गल सानू समझाई है, कबीर गूंगा हुआ बावरा, बहरा हुआ कान, पावों ते पिंगल पिया, मारिया सतगुर बान। कबीर सतगुर सूर में बाहा बाण जो एक, होया कि केड़ा तीर मारिया सतगुर ने, कहते तो शब्द का तीर वजया, मैं तो ढह ढह होकर डिग पिया, ते मेरे कलेजे विच पै गया छेक, पूरी तरह पतीज दिता, गूंगा हो गया, हुण गल बोलिया ही नहीं जाता, गल करदा अगों गल आउंदी ही नहीं, सुनन दा होर गल्लां सुनन नूं दिल ही नहीं करदा, बस इक्को गल सुनदा ही है, वाहिगुरू दी बेअंतता, वाह 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 करदे आ, बस जिंदगी इस पासे तुरी हुई है। कहते पैर भी नहीं चलते, हुण किसी कदम चलते ही नहीं किसी होर दूजे दे दर ते, किसी होर पासे। मैनू तेरा दर मिलिया मालका, तू तो शब्द दे तीर ने मैनू विन के रख दिता है, तेरे दा पतीज गया, हुण जावां कित्थे जावां, तेरा दर छड्ड के कित्थे जा सकदा। तुद बिन दूजा नाही कोई, तू करतार करे सो होए, तेरा जोर तेरी मन टेक, तेरे तो बिना कोई है ही नहीं, हुक्म भी तेरा चलता है, आसरा भी मैनू तेरा है। जब गल समझ आ जाती है फिर इंसान
ਦੀ ਸੋਚ ਦਾ ਦਾਇਰਾ ਵੱਡਾ ਹੋ ਜਾਂਦਾ ਹੈ। ਪਰ ਹੋਣਾ ਕਿੱਥੋਂ ਹੈ? ਸਤਿਗੁਰ ਪਰਚਾ ਪਰਮ ਪਦ ਪਾਈਐ, ਸਾਚੇ ਸ਼ਬਦ ਸਮਾਏ ਲਿਆ। ਫਿਰ ਗੁਰੂ ਦੇ ਸ਼ਬਦ ਰਾਹੀਂ ਸੱਚੇ ਪ੍ਰਭੂ ਨੇ ਉਹਨੂੰ ਆਪਣੇ ਵਿੱਚ ਲੀਨ ਕਰ ਲਿਆ। ਹੈ ਤਾਂ ਨਰਗਨ ਤੇ ਸੁਰਗਨ ਸਰੂਪ ਸੀ ਨਾ। ਸਰਗੁਣ ਸਰੂਪ ਹੁੰਦਿਆ ਹੋਇਆ ਵੀ ਕਰਤਾਰ ਦੇ ਅੰਦਰ ਲੀਨ ਹੋ ਗਿਆ। ਜਦੋਂ ਅੰਦਰ ਲੀਨ ਹੋ ਗਿਆ ਫਿਰ ਏਕੇ ਮਤਲਬ ਇੱਕ ਪਰਮੇਸ਼ਰ, ਕੇਵਲ ਤਾਂ ਕੇਵਲ ਇੱਕ ਪਰਮੇਸ਼ਰ। ਏਕੇ ਕੋ ਸੱਚ ਏਕਾ ਜਾਣੇ। ਸੱਚ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਜਿਹਨੂੰ ਆਪਾਂ ਪੜ੍ਹਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸੇ ਵੀ ਸੱਚ ਪੜ੍ਹਦੇ ਹਾਂ। ਉਹ ਸੱਚ ਹੈ, ਸਦੀਵ ਹੋਂਦ ਵਾਲਾ ਹੈ, ਉਸ ਦੀ ਹੋਂਦ ਨੂੰ ਕੋਈ ਮੇਟ ਨਹੀਂ ਸਕਦਾ। ਉਹ ਕੇਵਲ ਇੱਕ ਹੈ, ਕੇਵਲ ਇੱਕ। ਏਕੇ ਕੋ ਸੱਚ ਏਕਾ ਜਾਣੇ, ਸੱਚ ਸਦਾ ਕਾਇਮ ਰਹਿਣ ਵਾਲੀ ਹਸਤੀ। ਕਹਿੰਦੇ ਫਿਰ ਕੇਵਲ ਪਰਮੇਸ਼ਰ ਨੂੰ ਹੀ ਜਦੋਂ ਉਹਦਾ ਮਨ ਪਤੀਜ ਗਿਆ, ਉਦੋਂ ਫਿਰ ਕੇਵਲ ਪਰਮੇਸ਼ਰ ਨੂੰ ਸਦਾ ਕਾਇਮ ਰਹਿਣ ਵਾਲੀ ਹਸਤੀ ਮੰਨਦਾ ਹੈ, ਫਿਰ ਹੋਰ ਕਿਸੇ ਦੀ ਗੱਲ ਨਹੀਂ ਕਰਦਾ। ਹਉਮੈ ਦੂਜਾ ਦੂਰ ਕੀਆ। ਕਹਿੰਦੇ ਅਸਲ ਵਿੱਚ ਫਿਰ ਉਹਦੇ ਅੰਦਰ ਪ੍ਰਭੂ ਦੀ ਹਸਤੀ ਤੋਂ ਬਿਨਾਂ ਦੂਜੇ ਹੋਰ ਤਾਕਤ ਦਾ ਖਿਆਲ ਵੀ ਨਹੀਂ ਆਉਂਦਾ। ਸੁਭਾਵਨਾ ਹੀ ਨਹੀਂ ਸੋਚਦਾ ਵੀ ਕੋਈ ਹੋਰ ਸੁਭਾਵਨਾ ਵੀ ਹੋ ਸਕਦੀ ਹੈ। ਸਾਇੰਸ ਦੇ ਬਲ ਦੇ ਉੱਤੇ ਦਲੀਲਾਂ ਪੇਸ਼ ਨਹੀਂ ਕਰਦਾ, ਤਰਕ ਨਹੀਂ ਪੇਸ਼ ਕਰਦਾ। ਤਰਕ ਨਾ ਚਾਹ, ਤਰਕ ਨਹੀਂ ਕਰਦਾ। ਸੰਸਾਰ ਦੇ ਇਸ ਸੰਸਾਰੀਆਂ ਵਾਂਗੂ ਨਹੀਂ ਵਿਚਰਦਾ, ਨਿਰਲੇਪ ਹੋ ਕੇ ਵਿਚਰਦਾ ਹੈ। ਦਲੀਲਬਾਜ਼ੀ ਨਹੀਂ, ਤਰਕ ਨਹੀਂ, ਸਗੋਂ ਉਸ ਪਰਮੇਸ਼ਰ ਦੀ ਹਸਤੀ ਨੂੰ ਕਬੂਲ ਲੈਣਾ, ਮੰਨ ਲੈਣਾ। ਕਹਿੰਦੇ ਨੇ ਜਦੋਂ ਇੱਕ ਉਹ ਕੇਵਲ ਇੱਕ ਪ੍ਰਭੂ ਨੂੰ ਏਕੇ ਕੋ ਸੱਚ ਏਕਾ ਜਾਣੈ, ਵੀ ਇੱਕੋ ਨੂੰ ਸਦਾ ਕਾਇਮ ਰਹਿਣ ਵਾਲੀ ਹਸਤੀ ਸਮਝਦਾ ਹੈ। ਸੱਚ ਦਾ ਸਦਾ ਕਾਇਮ ਰਹਿਣ ਵਾਲਾ। ਫਿਰ ਦੂਜੀ ਹਸਤੀ ਦਾ ਖਿਆਲ ਵੀ ਉਹਦੇ ਅੰਦਰ ਨਹੀਂ ਆਉਂਦਾ ਵੀ ਹੋਰ ਕੋਈ ਤਾਕਤ ਹੈ, ਕੋਈ ਹੋਰ ਸ਼ਕਤੀ ਹੈ ਜਿਹੜੀ ਇਹਨੂੰ ਚਲਾ ਰਹੀ ਹੈ। ਨਹੀਂ, ਉਹਨੂੰ ਇਹ ਖਿਆਲ ਵੀ ਨਹੀਂ ਆਉਂਦਾ। ਫਿਰ ਹਉਮੈ ਦੂਜਾ ਦੂਰ ਕੀਆ। ਅਸਲ ਕਹਿੰਦੇ ਨੇ ਇਹ ਦੂਜਾ ਖਿਆਲ ਆਉਂਦਾ ਸੀ ਹਉਮੈ ਕਰਕੇ, ਦੂਜੇ ਭਾਵ ਕਰਕੇ। ਜਦ ਤੱਕ ਅੰਦਰ ਮੈਂ ਸੀ, ਮੇਰੀ ਸੀ, ਮੈਂ ਵੱਡਾ, ਮੈਂ ਜਾਣਦਾ, ਮੈਨੂੰ ਪਤਾ ਹੈ, ਮੈਨੂੰ ਆ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਮੈਂ ਇਹਦੇ ਬਾਰੇ ਮੈਨੂੰ ਬੜਾ ਗਿਆਨ ਹੈ, ਮੈਂ ਹੀ ਮਿਲਾ ਸਕਦਾ ਹਾਂ, ਮੈਂ ਹੀ ਤੁਹਾਨੂੰ ਦੱਸ ਸਕਦਾ ਹਾਂ, ਮੈਂ ਹੀ ਤੁਹਾਡੇ ਨਾਲ ਵਿਚਾਰ ਕਰ ਸਕਦਾ। ਆਮ ਸਾਡੀ ਦੁਨੀਆ ਦੀ ਕਹਾਣੀ ਤੇ ਉਹੀ ਹੈ ਨਾ। ਹਰ ਬੰਦਾ ਇਨਕਲੂਡਿੰਗ ਮਾਈ ਸੈਲਫ, ਹਰ ਬੰਦੇ ਦਾ ਇਹੋ ਖਿਆਲ ਵਿਚਾਰ ਹੈ। ਇਹ ਖਿਆਲ ਮੇਰੇ ਚ ਆਉਂਦੇ ਨੇ, ਤੁਹਾਡੇ ਚ ਵੀ ਆਉਂਦੇ ਨੇ, ਹਰ ਚ ਇਹੋ ਗੱਲ ਹੁੰਦੀ। ਬਸ ਘਰ ਚ ਵੀ ਗੱਲ ਹੁੰਦੀ ਹੈ, ਪਰਿਵਾਰ ਚ ਵੀ ਗੱਲ ਹੁੰਦੀ। ਬਸ ਮੇਰੀ ਚੱਲਣੀ ਚਾਹੀਦੀ ਹੈ, ਮੇਰੀ ਗੱਲ ਸੁਣਨੀ ਚਾਹੀਦੀ ਹੈ। ਮੇਰੀ ਗੱਲ ਕਿਉਂ ਨਹੀਂ ਸੁਣੀ ਗਈ? ਕਲੇਸ਼ ਵੀ ਇਸੇ ਗੱਲ ਦੇ ਨੇ। ਇਹ ਹੈ ਆਪਣੇ ਆਪ ਨੂੰ ਵੱਡਾ ਕਰਕੇ ਜਾਣਨਾ ਤੇ ਬਣਾਉਣ ਵਾਲੇ ਨੂੰ ਛੋਟਾ ਕਰਕੇ ਜਾਣਨਾ। ਹਉਮੈ ਦੇ ਵਿੱਚ ਇਹ ਕੁਝ ਹੁੰਦਾ ਹੈ। ਉਹਦੀ ਬਣਾਈ ਹੋਈ ਚੀਜ਼ਾਂ ਦੇ ਨਾਲ ਉਹਨੂੰ ਵੱਡਾ ਜਾਣਨਾ ਤੇ ਬਣਾਉਣ ਵਾਲੇ ਨੂੰ ਛੋਟਾ ਜਾਣਨਾ। ਇਹ ਸੁਭਾਅ ਹੁੰਦਾ ਹਉਮੈ ਦਾ। ਦੂਜਾ ਭਾਵ ਅੰਦਰ ਪੈਦਾ ਹੋ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਵੀ ਦੇਖੋ, ਜਦੋਂ ਗੁਰੂ ਦੇ ਸ਼ਬਦ ਨਾਲ ਮਨ ਪਤੀਜ ਜਾਂਦਾ ਹੈ, ਫਿਰ ਉਹ ਸੱਚੇ ਦੇ ਵਿੱਚ ਆਪਣੇ ਆਪ ਨੂੰ ਸਮਾ ਲੈਂਦਾ ਹੈ। ਉਹਦੀ ਸੋਚ ਵਿੱਚ ਸੱਚਾ ਹੀ ਰਹਿੰਦਾ ਹੈ ਤੇ ਉਹ ਸੱਚਾ ਜਿਹੜਾ ਰਹਿੰਦਾ ਹੈ, ਉਹਦੇ ਰਹਿਣ ਕਰਕੇ ਫਿਰ ਉਹਦੇ ਅੰਦਰੋਂ ਦੂਜੀ ਕਿਸੇ ਹੋਰ ਚੀਜ਼ ਦਾ, ਦੂਜਾ ਮਤਲਬ ਹੋਰ ਕੋਈ ਦੂਜਾ ਦੂਰ ਕੀਤਾ ਖਿਆਲ ਹੀ ਦੂਰ ਹੋ ਜਾਂਦਾ। ਜਿਹੜਾ ਹਉਮੈ ਕਰਕੇ ਖਿਆਲ ਬਣਿਆ ਹੋਇਆ ਸੀ ਜਾਂ ਅੰਦਰੋਂ ਹਉਮੈ ਭਾਵ ਸੀ, ਸਾਰਾ ਮੁੱਕ ਗਿਆ ਤੇ ਹੁਣ ਉਹਨੇ ਦੂਰ ਕਰਨ ਤੋਂ ਬਾਅਦ ਉਹਨੂੰ ਕੇਵਲ ਹਰ ਥਾਂ ਤੇ ਵਸਿਆ ਹੋਇਆ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਏਕੇ ਕੋ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਸੋ ਜੋਗੀ
गुर शब्द पछाणै अंतर कमल प्रगास थिया प्रगास थिया। शब्द अंदर वसिया, कहते जोगी असल च वो है, जुड़िया होया था वो है। महाराज सच्चे पातशाह कहते बई असल विच जोग वो है, जुड़िया होया वो है। केड़ा? जिहड़ा सतगुर दे शब्द नूं शब्द समझदा है। गुर शब्द पछाणै, पछाणन दा अर्थ की है? ਉਹਦੀ ਸ਼ਕਲ ਤਾਂ ਹੈ ਨਹੀਂ, ਸ਼ਬਦ ਦਾ ਵੀ ਕੋਈ ਆਕਾਰ ਨਹੀਂ ਹੈ। ਸ਼ਬਦ ਵੀ ਨਿਰਆਕਾਰ ਹੈ, ਆਕਾਰ ਨਹੀਂ ਹੈ ਸ਼ਬਦ ਦਾ। ਸ਼ਬਦ ਦੇਖਿਆ ਅੱਖਾਂ ਨਾਲ ਬਸ ਪੜ੍ਹ ਸਕਦੇ ਹਾਂ, ਆਕਾਰ ਨਹੀਂ ਹੈ, ਸਰੀਰ ਕੋਈ ਨਹੀਂ ਹੈ। ਗੁਰੂ ਸਾਹਿਬ ਨੇ ਕਿਸੇ ਸਰੀਰ ਦੇ ਮਗਰ ਸਾਨੂੰ ਨਹੀਂ ਲਾਇਆ, ਬੰਦੇ ਨੂੰ ਬੰਦੇ ਦੀ ਗੁਲਾਮੀ ਤੇ ਨਹੀਂ ਲਾਇਆ। ਜੇ ਇੰਨਾ ਕੁਝ ਹੁੰਦਿਆਂ ਹੋਇਆ ਵੀ ਬੰਦਾ ਬੰਦੇ ਦੇ ਨਾਲ ਗੁਲਾਮ ਬਣ ਜਾਏ ਤਾਂ ਗੁਰੂ ਸਾਹਿਬ ਨੇ ਉਹਨੂੰ ਫਿਰ ਮਨਮੁਖ ਦੀ ਦਰਜਾ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਬੰਦੇ ਦੇ ਬੰਦੇ ਕੌਣ ਬੰਦੇ ਨੇ? ਜਿਹੜੇ ਮਨਮਤ ਦੇ ਮਨ ਦੇ ਪਿੱਛੇ ਲੱਗਣ ਵਾਲੇ ਨੇ, ਜਿਨ੍ਹਾਂ ਦੀ ਸੋਚ ਗੁਰੂ ਤੋਂ ਨੇੜੇ ਜਾਂਦੀ ਨਹੀਂ। ਉਹਨੇ ਕਿਹਾ ਤਾਂ ਠੀਕ ਹੀ ਹੋਣਾ ਜੀ। ਅੱਜ ਪ੍ਰੋਬਲਮ ਕੀ ਹੈ? ਸਾਡੇ ਝਗੜੇ ਕਿਉਂ ਹਨ? ਆਪਸੀ ਤਕਰਾਰ ਕਿਉਂ ਹੈ? ਇੱਕ ਜਥੇਬੰਦੀ ਦੂਜੇ ਨਾਲ ਲੜਦੀ ਕਿਉਂ ਹੈ? ਇਹ ਦੇਖੋ ਕਿਆ ਸੋਸ਼ਲ ਮੀਡੀਆ ਜਦੋਂ ਕਿਤੇ ਦੇਖ ਲਈਏ, ਉੱਥੇ ਜੋ ਸ਼ਬਦਾਵਲੀ ਵਰਤੀ ਜਾਂਦੀ ਹੈ ਕਿ ਉਹ ਧਰਮੀ ਪੁਰਸ਼ਾਂ ਦੀ ਹੁੰਦੀ ਹੈ। ਕਦੀ ਖਿਆਲ ਕਰਕੇ ਦੇਖਣਾ ਵੀ ਧਰਮੀ ਪੁਰਸ਼ ਦੇ ਅੰਦਰੋਂ ਇਹੋ ਜਿਹੀ ਸ਼ਬਦਾਵਲੀ ਨਿਕਲ ਸਕਦੀ ਹੈ? ਵੀ ਧਰਮੀ ਪੁਰਸ਼ ਤਾਂ ਇਹ ਸ਼ਬਦਾਵਲੀ ਉਹਨਾਂ ਦੇ ਨੇੜੇ ਵੀ ਨਹੀਂ ਹੁੰਦੀ ਜਿਹੜੀ ਅਸੀਂ ਇੱਕ ਦੂਜੇ ਲਈ ਪ੍ਰਤੀ ਵਰਤ ਰਹੇ ਹਾਂ। ਨਫ਼ਰਤ ਹੈ, ਈਰਖਾ, ਅੱਗ ਨਾਲ। ਇਹ ਤਾਂ ਉਹੀ ਹਾਲ ਹੋਈ ਵੀ ਵੈਸ਼ਨੋ ਸਾਹਿਬ ਗੰਗਾ ਤੇ ਬੈਠਾ ਨਹਾਉਂਦਾ ਰੋਜ਼ ਸੀ ਗੰਗਾ 'ਚ, ਚੁੱਲ੍ਹਾ ਵੀ ਬਣਾਉਂਦਾ ਸੀ, ਚੌਂਕਾ ਵੀ ਬਣਾਉਂਦਾ ਸੀ, ਗਾਂ ਦਾ ਅੱਗੋਂ ਲੈ ਕੇ ਪਵਿੱਤਰ ਵੀ ਕਰਦਾ ਸੀ, ਤੇ ਸੜਿਆ ਐਵੇਂ ਸੀ ਜਿਵੇਂ ਅੱਗ ਬਲਦੀ ਹੁੰਦੀ ਹੈ। ਉਹਨਾਂ ਨੂੰ ਭਾਈ ਮਰਦਾਨਾ ਨੂੰ ਕਹਿੰਦਾ ਜਿਉਂਦੇ ਹੀ ਸਾੜ ਦੇਣਾ, ਤੂੰ ਮੇਰੇ 'ਚ ਪਰਛਾਵਾਂ ਕਿਉਂ ਪਾਤਾ? ਤੇਰਾ ਪਰਛਾਵਾਂ ਇੱਥੇ ਕਿਉਂ ਪੈ ਗਿਆ? ਅੱਜ ਇਹੋ ਹੀ ਝਗੜਾ ਹੈ ਸਾਡੇ ਅੰਦਰ। ਝਗੜੇ ਦਾ ਮੁੱਖ ਕਾਰਨ ਇਹ ਹੈ ਵੀ ਅਸੀਂ ਸ਼ਬਦ ਨਾਲ ਜੁੜੇ ਨਹੀਂ। ਸ਼ਬਦ ਪੜ੍ਹਿਆ, ਸ਼ਬਦ ਗੁੜਿਆ ਨਹੀਂ, ਸ਼ਬਦ ਸੁਣਿਆ ਹੈ, ਸ਼ਬਦ ਮੰਨਿਆ ਨਹੀਂ। ਪ੍ਰੋਬਲਮ ਹੀ ਸਾਰੀ ਇੱਥੇ ਖੜੀ ਹੈ। ਸ਼ਬਦ ਸੁਣਨਾ ਤੇ ਸ਼ਬਦ ਮੰਨਣ ਵਿੱਚ ਫਰਕ ਹੈ। ਬਾਣੀ ਪੜ੍ਹਨਾ ਤੇ ਬਾਣੀ ਮੰਨਣ ਵਿੱਚ ਫਰਕ ਹੈ। ਗੁਰੂ ਦੀ ਸੁਣਦੇ ਆ ਪਰ ਗੁਰੂ ਨੂੰ ਮੰਨਦੇ ਨਹੀਂ, ਇਹੋ ਹੀ ਫਰਕ ਹੈ। ਅੱਜ ਸ਼ਬਦ ਦੀ ਗੱਲਾਂ ਤਾਂ ਅਸੀਂ ਕਰਦੇ ਹਾਂ ਹਰ ਵੇਲੇ ਵੀ ਅਸੀਂ ਕੀਰਤਨ ਬਹੁਤ ਹੋਇਆ, ਲੜੀਆਂ ਬਹੁਤ ਚਲੀਆਂ, ਵਿਚਾਰਾਂ ਦੀ ਵੀ ਕੋਈ ਕਮੀ ਨਹੀਂ ਹੈ, ਹਰ ਪਾਸੇ ਵਿਚਾਰ ਹੈ। ਝਗੜਾ ਕਿਉਂ ਨਹੀਂ ਮੁੱਕਦਾ? ਈਵਨ ਵਿਚਾਰ ਕਰਨ ਵਾਲੇ ਵੀ ਲੜਦੇ ਹਨ। ਕਿਉਂ? ਸ਼ਬਦ ਬੋਲਿਆ ਹੈ, ਸ਼ਬਦ ਦੀ ਪਛਾਣ ਨਹੀਂ ਕੀਤੀ। ਸ਼ਬਦ ਨੇ ਅੰਦਰੋਂ ਰੰਗਣਾ ਸੀ, ਰੰਗਿਆ ਨਹੀਂ। ਬਸ ਅਸੀਂ ਤਾਂ ਕਸੁੰਬੇ ਦੇ ਫੁੱਲ ਵਾਂਗੂ ਖਿੜ ਗਏ, ਗਿਆਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਲਿਆ। ਬਸ ਗਿਆਨ ਦੀਆਂ ਗੱਲਾਂ ਤੱਕ ਸੀਮਿਤ ਹੋ ਗਏ ਤੇ ਅਗਲੀ ਗੱਲ ਜਿਹੜੀ ਸੀ ਰਿਮ ਝਮੇਂ ਦੀ, ਉਹ ਸਾਡੇ ਅੰਦਰ ਆਈ ਨਹੀਂ, ਜਿਹਦੇ ਨਾਲ ਅੰਦਰ ਠੰਡ ਪੈਣੀ ਸੀ, ਸਬਰ ਪੈਣਾ, ਸੰਤੋਖ ਆਉਣਾ ਸੀ, ਅੰਦਰ ਸ਼ਾਂਤੀ ਹੋਣੀ ਸੀ, ਬੁੱਝ ਜਾਣੀ ਚਾਹੀਦੀ ਸੀ। ਗੁਰੂ ਦੀ ਗੱਲ ਕਰੀਏ ਤਾਂ ਇਹ ਅੰਦਰਲੀ ਅੱਗ ਨਾ ਬੁੱਝੇ, ਕਮਾਲ ਹੈ। ਤਿੱਖ ਬੁੱਝ ਗਈ ਮਿਲ ਸਾਧ ਜਨਾ, ਪੰਚ ਭਾਗੇ ਚੋਰ। ਦੇਖੋ ਕਿਆ ਕਮਾਲ ਦੇ ਬੋਲ। ਸਹਿਜੇ ਸਮਾਨੋ ਹਰੇ ਗੁਣ ਗਾਵਤੀ 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 ਦਰਸ਼ ਪਿਆਰ। ਬੁੱਝ ਗਈ, ਸ਼ਾਂਤ ਹੋ ਗਈ। ਕਦੋਂ ਬੁੱਝ ਗਈ? ਜਦੋਂ ਉਹਨੂੰ ਗੁਰੂ ਮਿਲਿਆ, ਗੁਰੂ ਦਾ ਸ਼ਬਦ ਮਿਲਿਆ। ਸਾਰੇ ਪੰਜੇ ਚੋਰ ਦੂਰ ਹੋ ਗਏ, ਪੰਜ ਭਾਗੇ ਚੋਰ। ਛੋਟੀ ਜੀ ਕੋਈ ਚੋਭ ਲਾ ਦੇਵੇ ਤੇ ਸਾਡੇ ਅੰਦਰਲਾ ਸਾਰਾ ਕੁਝ ਸਾਨੂੰ ਪਤਾ ਲੱਗ ਜਾਂਦਾ ਅਸੀਂ ਕਿੱਥੇ ਖੜੇ ਆ। ਕੋਈ ਚੋਭ ਲਾ ਦੇਵੇ ਨਾ ਇੰਨੀ ਕੁ, ਜਿਵੇਂ ਇੱਕ ਸੂਈ ਹੁੰਦੀ ਹੈ ਸੁੱਤੇ ਨੂੰ ਜਗਾਉਂਦੀ ਹੈ ਨਾ, ਤੇ ਜਦੋਂ ਉਹ ਸਾਨੂੰ ਏਦਾਂ ਚੋਭ ਲਾ ਕੇ ਪਰਖਣਾ ਹੋ ਜਾਵੇ ਨਾ, ਤੇ ਸਾਡੇ ਅੰਦਰਲਾ ਭਾਂਬੜ ਅੱਗ ਦਾ ਏਦਾਂ ਬਲ ਕੇ ਬਾਹਰ ਆ ਜਾਂਦਾ। ਨਫ਼ਰਤ ਤੇ ਈਰਖਾ ਦੀ ਅੱਗ ਹੈ ਜਿਹਦੇ ਕਰਕੇ ਸਾਰਾ ਝਗੜਾ ਦਾ ਮੂਲ ਅੱਜ ਵੱਜਾ ਹੋਇਆ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਇੱਕ ਹੁੰਦਿਆਂ ਹੋਇਆ, ਇੱਕ ਵਿਚਾਰਧਾਰਾ ਹੁੰਦਿਆਂ ਹੋਇਆ,
ਸੰਸਾਰ ਵਿੱਚ ਇੱਕੋ ਇੱਕ ਧਰਮ ਸੀ ਜਿਹਦੇ ਕੋਲ ਇਹ ਵਿਚਾਰਧਾਰਾ ਗੁਰੂ ਗ੍ਰੰਥ ਦੀ ਸੀ। ਅਸੀਂ ਤਾਂ ਇਸ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਗਏ, ਇਹਦੇ ਬਰਾਬਰ ਦੇ ਲਿਆ ਕੇ ਹੋਰ ਗ੍ਰੰਥ ਖੜੇ ਕਰ ਦਿੱਤੇ। ਸਾਡੀ ਹਾਲਤ ਤਾਂ ਇੱਥੋਂ ਤੱਕ ਹੋ ਗਈ ਵੀ ਅਸੀਂ ਬਾਰ-ਬਾਰ ਇਹ ਗੱਲ ਕਹੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਪੰਥ ਪ੍ਰਵਾਨਿਤ ਫੈਸਲੇ ਵੀ ਆਏ, ਲੇਟੈਸਟ ਫੈਸਲੇ ਆਏ 2008 ਦੇ ਵਿੱਚ 6 ਜੂਨ ਨੂੰ ਇਹ ਫਿਰ ਗੁਰਮਤਾ ਹੋਇਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਫੈਸਲਾ ਨਹੀਂ ਹੋ ਪ੍ਰਕਾਸ਼ ਨਹੀਂ ਹੋ ਸਕਦਾ। ਤਾਂ ਅਸੀਂ ਕਿਤੇ ਹਟ ਗਏ, ਕਿਉਂਕਿ ਸਾਨੂੰ ਸ਼ਬਦ ਦੇ ਤਸੱਲੀ ਨਹੀਂ ਹੋਈ, ਇਸ ਸ਼ਬਦ ਦੇ ਉੱਤੇ ਤਸੱਲੀ ਨਹੀਂ ਹੋਈ ਸਾਡੀ। ਅਸੀਂ ਇਹੀ ਸੋਚ ਬੈਠੇ ਵੀ ਨਹੀਂ ਅਸੀਂ ਤਾਂ ਜੁੜੇ ਹੋਏ ਹਾਂ, ਸਾਡੀ ਤਾਂ ਸੋਚ ਬੜੀ ਉੱਚੀ ਹੈ। ਕਮਾਲ ਹੋ ਗਈ। ਗੁਰੂ ਸਾਹਿਬ ਤਾਂ ਕਹਿੰਦੇ ਸ਼ਬਦ ਦਾ ਜਿਹੜਾ ਪਛਾਣ ਲਵੇ, ਆਪਣੇ ਆਪ ਨੂੰ ਸ਼ਬਦ ਵਿੱਚ ਜੋੜ ਲਵੇ, ਸ਼ਬਦ ਵਿੱਚ ਰੰਗ ਲਵੇ, ਜੋਗੀ ਉਹ ਹੈ, ਜੁੜਿਆ ਹੋਇਆ ਉਹਨੂੰ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਸਿੱਧ ਗੋਸ਼ਟ ਰਾਹੀਂ ਸਾਨੂੰ ਸਮਝਾਉਂਦੇ ਨੇ, ਜੋਗੀਆਂ ਦੀ ਕੱਲੀ ਗੱਲ ਨਹੀਂ ਕਰਦੇ ਜਾਂ ਸਿੱਧਾਂ ਦੀ ਕੱਲੀ ਗੱਲ ਨਹੀਂ ਕਰਦੇ ਜਾਂ ਕੇਵਲ ਸਿੱਧਾਂ ਨੂੰ ਨਹੀਂ ਸਮਝਾਉਂਦੇ ਵੀ ਸਿੱਧਾਂ ਦੀ ਗੱਲ ਜਿਹੜੀ ਹੈ ਬਸ ਉੱਥੇ ਤੱਕ ਸੀਮਤ ਹੈ। ਅਸੀਂ ਅੱਜ ਪਾਰਟੀ ਬਾਜੀ, ਗਰੁੱਪ ਬਾਜੀ, ਇੱਕ ਦੂਜੇ ਤੇ ਇਲਜ਼ਾਮ, ਇੰਨਾ ਕੂੜ ਹਰ ਪਾਸੇ, ਬਸ ਧਰਮ ਦੀ ਗੱਲ ਕਰਦੇ ਕਰਦੇ ਵੀ ਅਸੀਂ ਇੱਕ ਦੂਜੇ ਨਾਲ ਲੜਾਈ ਦੇ ਵਿੱਚ ਖੜੇ ਹੁੰਦੇ ਹਾਂ। ਤੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਜੋਗੀ ਜੀ, ਜਿਹੜੀ ਗੱਲ ਗੁਰੂ ਸ਼ਬਦ ਨਾਲ ਜੇ ਅਗਰ ਪਛਾਣ ਲੈਂਦੇ ਤਾਂ ਅੰਦਰ ਹਿਰਦੇ ਦਾ ਕੌਲ ਫਿਰ ਖਿੜ ਜਾਂਦਾ, ਇਹ ਗੰਧਾਂ ਟੁੱਟ ਜਾਂਦੀਆਂ, ਇਹ ਦੀਵਾਰ ਦੀਆਂ, ਇਹ ਨਫ਼ਰਤ ਦੀਆਂ ਦੀਵਾਰਾਂ ਟੁੱਟੀਆਂ ਹੋਈਆਂ ਹੁੰਦੀਆਂ, ਅੰਦਰ ਤੱਕ ਖੁਸ਼ਬੂ ਹੁੰਦੀ, ਜਿਵੇਂ ਕਮਲ ਦੇ ਫੁੱਲ ਦੀ ਖੁਸ਼ਬੂ ਸਾਰੇ ਪਾਸੇ ਫੈਲਦੀ ਹੈ, ਗੁਰੂ ਦੇ ਸ਼ਬਦ ਦੀ ਖੁਸ਼ਬੂ ਫੈਲੀ ਹੁੰਦੀ। ਫਿਰ ਇਹਦਾ ਮਤਲਬ ਸਾਨੂੰ ਅਜੇ ਸ਼ਬਦ ਪਛਾਣਿਆ ਹੀ ਨਹੀਂ ਗਿਆ, ਸਾਨੂੰ ਸ਼ਬਦ ਪਛਾਣਨਾ ਹੀ ਨਹੀਂ ਆਇਆ। ਕਮੀ ਤਾਂ ਹੈ, ਇਹ ਤਾਂ ਮੰਨ ਲੈਣਾ ਚਾਹੀਦਾ ਵੀ ਕਮੀ ਹੈ, ਕਿਉਂਕਿ ਅਸੀਂ ਕਮੀ ਨਾ ਹੁੰਦੀ ਤਾਂ ਅਸੀਂ ਇਹਨਾਂ ਅੱਜ ਇੱਥੇ ਖੜੇ ਵੀ ਨਾ ਹੁੰਦੇ। ਮੈਂ ਫਿਰ ਬਾਰ-ਬਾਰ ਬੇਨਤੀ ਕਰਦਾ, ਸਾਰੀਆਂ ਚੀਜ਼ਾਂ ਦਾ ਹੱਲ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਗੁਰੂ ਸ਼ਬਦ ਹੈ, ਜਿਸ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਮਤਭੇਦ ਨੂੰ ਮਿਟਾ ਸਕਦੇ ਹਾਂ, ਖਤਮ ਕਰ ਸਕਦੇ ਹਾਂ। ਮਤਭੇਦ ਦਾ ਹੋਣਾ ਸੁਭਾਵਿਕ ਹੁੰਦਾ ਹੈ, ਪਰ ਜਥੇਬੰਦੀ ਦਾ ਇੱਕ ਅਸੂਲ ਹੁੰਦਾ ਹੈ ਵੀ ਆਪਣੇ ਵਿਚਾਰ ਕੁਝ ਵੀ ਹੋਣ ਪਰ ਉਹਨਾਂ ਨੂੰ ਗੁਰੂ ਦੇ ਵਿਚਾਰਾਂ ਤੋਂ ਕੁਰਬਾਨ ਕਰ ਦੇਣਾ ਚਾਹੀਦਾ ਹੈ। ਇਹ ਜਥੇਬੰਦੀ ਦਾ ਮੁੱਢਲਾ ਅਸੂਲ ਹੈ ਜਿਹੜਾ ਅਸੀਂ ਅੱਜ ਆਪਣੇ ਚੋਂ ਗਵਾ ਲਿਆ ਹੈ। ਸ਼ਬਦ ਦੀਆਂ ਗੱਲਾਂ ਕਰਨ ਵਾਲੇ ਵੀ, ਸ਼ਬਦ ਦੀ ਪ੍ਰਚਾਰ ਕਰਨ ਵਾਲੇ ਵੀ, ਸ਼ਬਦ ਦੀਆਂ ਢੰਡੋਰਾ ਦੇਣ ਵਾਲੇ ਵੀ ਅੱਜ ਅਸੀਂ ਆਪ ਸ਼ਬਦ ਦੀ ਪਛਾਣ ਨਹੀਂ ਕਰ ਸਕੇ। ਅੰਦਰ ਖੋਜਣ ਦੀ ਲੋੜ ਹੈ, ਅੰਦਰ ਦੇਖਣ ਦੀ ਲੋੜ ਹੈ, ਅੰਦਰ ਵਿਚਾਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ। ਕਈ ਵਾਰ ਜੋਗੀ ਨਹੀਂ ਜਾਂ ਲੋਹਾ ਰਿਪਾ ਜਾਂ ਚਰਪਟ ਜਾਂ ਗੋਰਖਨਾਥ ਜਾਂ ਗੁਰਮਤਿ ਦੇ ਚੇਲੇ ਨਹੀਂ, ਅੱਜ ਹਰ ਸਿੱਖ ਨੂੰ ਇਹ ਚੀਜ਼ ਦੀ ਲੋੜ ਹੈ। ਕਿਹੜੀ? ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਕਮਲ ਹਿਰਦਾ ਖੜਾਓ ਆ ਗਿਆ। ਹੁਣ ਜਦੋਂ ਅੰਦਰ ਖੇੜਾ ਆ ਗਿਆ, ਅਸਲ ਚ ਅੰਦਰ ਦੇ ਖੇੜੇ ਨੂੰ ਦੇਖਿਆ ਹੀ ਨਹੀਂ ਸੀ। ਜਿਹੜੇ ਬਾਹਰ ਭਟਕਦੇ ਹਨ ਜੋਗੀ ਜੀ, ਉਹਨਾਂ ਨੇ ਅੰਦਰ ਦਾ ਆਨੰਦ ਨਹੀਂ ਮਾਣਿਆ ਹੁੰਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਵਿਖ ਸੰਗ ਹੈ, ਕਰਤੇ ਆਪ ਕਿਆ। ਕਹਿੰਦੇ ਅੰਮ੍ਰਿਤ ਤਾਂ ਤੇਰੇ ਅੰਦਰ ਸੀ, ਉਹ ਦੇਖਿਆ ਨਹੀਂ, ਸ਼ਬਦ ਦਾ ਸਾਂਝ ਨਹੀਂ ਪਾਈ। ਹਿਰਨ ਵਾਂਗੀ ਜਿਵੇਂ ਨਾ ਜੋ ਕਸਤੂਰੀ, ਉਹਦੀ ਨਾਭੀ ਚ ਕਸਤੂਰੀ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ, ਮਹਾਨ ਕੋਸ਼ ਚ ਵੀ ਗੱਲ ਲਿਖੀ ਹੈ ਕਿ ਵੱਡੇ ਤੋਂ ਵੱਡੇ ਹਿਰਨ ਦੀ ਨਾਭੀ ਚ 14 ਮਾਸੇ ਤੋਂ ਵੱਧ ਕਸਤੂਰੀ ਨਹੀਂ ਹੁੰਦੀ, ਪਰ ਕਸਤੂਰੀ ਦੀ ਸੁਗੰਧੀ ਇੰਨੀ ਜ਼ਿਆਦਾ ਹੁੰਦੀ ਹੈ, ਇੰਨੀ ਜ਼ਿਆਦਾ ਹੁੰਦੀ ਹੈ ਕਿ ਆਸ-ਪਾਸ ਸਾਰਾ ਹੀ ਉਹਦੇ ਨਾਲ ਮਹਿਕ ਉੱਠਦਾ ਹੈ। ਹਿਰਨ ਉਹ ਖੁਸ਼ਬੂ ਨੂੰ ਅੰਦਰ ਤਾਂ ਪਛਾਣਦਾ ਨਹੀਂ, ਪਰ ਕਸਤੂਰੀ ਨੂੰ ਲੱਭਣ ਲਈ, ਆਪਣੇ ਖੁਸ਼ਬੂ ਨੂੰ ਲੱਭਣ ਲਈ ਦੌੜਦਾ ਆਖਰ ਜ਼ਿੰਦਗੀ ਦਾ ਅੰਤ ਕਰ ਬੈਠਦਾ। ਜੋ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭੁਲਾਇਆ।
ਤੇ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸ਼ਬਦ ਛੱਡ ਦਿੱਤਾ, ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਨੇ ਉਹਨਾਂ ਨੂੰ ਇਸ ਰਸਤੇ ਤੋਰਿਆ, ਵੀ ਉਹਨਾਂ ਦਾ ਕੰਮ ਹੀ ਹੋ ਗਿਆ। ਸਤਿਗੁਰੂ ਜੀ ਕਹਿੰਦੇ ਵੀ ਦੇਖੋ ਜੋਗੀ, ਜੋਗ ਉਹ ਜੁੜਿਆ ਹੋਇਆ ਉਹ ਹੈ ਜੋ ਸ਼ਬਦ ਦੀ ਪਛਾਣ ਕਰਦਾ ਹੈ, ਜਿਹਦੇ ਅੰਦਰ ਕੌਲ ਰੂਪੀ ਫੁੱਲ ਖਿੜ ਗਿਆ ਹੈ, ਆਪਣੇ ਅੰਦਰੋਂ ਮੈਂ ਮੇਰੀ ਸਮਝਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਵੀ ਜੋਗੀ ਜਿਹੜਾ ਸ਼ਬਦ ਨੂੰ ਸਮਝ ਲਵੇ, ਉਹਦਾ ਅੰਦਰ ਦਾ ਕੌਲ ਜਿਹੜਾ ਖਿੜ ਜਾਂਦਾ ਹੈ। ਫਿਰ ਅਗਲੀ ਗੱਲ ਹੋਰ ਬੜੀ ਪਿਆਰੀ ਹੈ, ਇਸ ਸ਼ਬਦ ਨਾਲ ਜੁੜੇਗਾ ਤਾਂ ਹੋਏਗਾ ਕੀ? ਸ਼ਬਦ ਮਰੇ ਤਾਂ ਸਭ ਕਿਛ ਸੂਝੈ, ਅੰਤਰ ਜਾਣੇ ਸਰਬ ਦਿਆ। ਗੁਰੂ ਪਾਤਸ਼ਾਹ ਕਮਾਲ ਦੀਆਂ ਗੱਲਾਂ ਸਾਨੂੰ ਉਦਾਹਰਨਾਂ ਦੇ ਕੇ ਸਮਝਾਉਂਦੇ ਆ। ਜਿਹੜਾ ਮਨੁੱਖ ਜਿਉਂਦਾ ਹੀ ਮਰ ਜਾਂਦਾ ਹੈ, ਜਿਉਂਦਿਆਂ ਹੀ ਮਰਦਾ ਹੈ, ਬੜਾ ਔਖੀ ਘਾਟੀ ਹੈ, ਬੜਾ ਔਖਾ ਕੰਮ ਹੈ। ਜਿਉਂਦਿਆਂ ਮਰਨਾ ਕੋਈ ਸੌਖੀ ਖੇਡ ਤਾਂ ਹੈ ਨਹੀਂ। ਆਪਣਾ ਸਵਾਰਥ ਛੱਡਣਾ, ਸੈਲਫਿਸ਼ਨੈਸ ਛੱਡਣੀ, ਆਪਣੇ ਆਪ ਨੂੰ ਮਾਰਨਾ, ਹਉਮੈ ਨੂੰ ਖਤਮ ਕਰਨਾ, ਇਹ ਕੋਈ ਸੌਖੀ ਬਾਤ ਹੈ? ਸੌਖੀ ਘਾਟੀ ਹੈ? ਗੁਰੂ ਮਹਾਰਾਜ ਕਹਿੰਦੇ ਬਿਲਕੁਲ ਔਖੀ ਘਾਟੀ ਹੈ। ਪਰ ਗੁਰੂ ਸ਼ਬਦ ਇਹਨਾਂ ਤੰਦਾਂ ਨੂੰ, ਇਹਨਾਂ ਜੰਜੀਰਾਂ ਨੂੰ ਕੱਢ ਦਿੰਦਾ ਹੈ, ਜੰਜੀਰਾਂ ਨੂੰ ਕੱਢ ਦਿੰਦਾ। ਗੁਰੂ ਦਾ ਸ਼ਬਦ ਇਹਨਾਂ ਜੰਜੀਰਾਂ ਨੂੰ ਤੋੜ ਸੁੱਟਦਾ ਹੈ। ਖਿਆਲ ਕਰ ਭਾਈ, ਗੁਰੂ ਦਾ ਸ਼ਬਦ ਜਿਹੜਾ ਹੈ ਉਹ ਤੋੜ ਦੇਗਾ। ਫਿਰ ਜਦੋਂ ਜੀਵਤ ਮਰਿਆ, ਪਹਿਲੀ ਗੱਲ ਜੀਵਤ ਮਰਨ ਵਾਲੀ ਹੈ। ਜਿਉਂਦਿਆਂ ਮਰਨਾ ਕੀ ਹੁੰਦਾ? ਜਿਉਂਦਿਆਂ ਮਰਨਾ ਕੀ ਹੈ? ਇਹ ਗੱਲ ਹੈ ਵੀ ਸ਼ਬਦ ਨਹੀਂ ਸਮਝ ਆਉਂਦੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਠ ਰਾਗ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਮਰਨਾ ਕਿਹੜਾ ਸੀ, ਜਿਉਣਾ ਕਿਹੜਾ ਸੀ? ਤੋ ਜੀਵਤ ਹੈ ਸੋ ਜੀਵਿਆ, ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਇਹ ਜਿਉਣਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਇਹ ਜਿਉਣਾ ਹੈ। ਕਿਹੜਾ? ਸ਼ਬਦ ਵਿੱਚ ਰੰਗੇ ਕੇ, ਆਪਣੇ ਆਪ ਨੂੰ ਸ਼ਬਦ ਵਿੱਚ ਪਤੀਜ ਲੈਣਾ, ਰੰਗ ਲੈਣਾ। ਤੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਬਈ ਸ਼ਬਦ ਮਰੋ, ਫਿਰ ਕੀ ਹੋਏਗਾ? ਫਿਰ ਜੀਵੋ ਸਾਡੀ ਜੀ। ਅਸਲੀ ਜੀਵਨ ਉਦੋਂ ਸ਼ੁਰੂ ਹੁੰਦਾ ਜਦੋਂ ਤੈਨੂੰ ਮਰਨਾ ਆ ਗਿਆ। ਜਦੋਂ ਤੈਨੂੰ ਮਰਨਾ ਆ ਗਿਆ। ਮਰਨਾ ਇਹ ਨਹੀਂ ਵੀ ਤੇਰਾ ਅੰਦਰ ਸਵਾਸ ਬੰਦ ਹੋ ਗਿਆ। ਇਨਸਾਨ ਦਾ ਜੀਵਨ ਉਦੋਂ ਸ਼ੁਰੂ ਹੁੰਦਾ ਜਦੋਂ ਗੁਰੂ ਅੱਗੇ ਮਰ ਜਾਂਦਾ ਹੈ। ਗੁਰੂ ਨੂੰ ਆਪਣਾ ਸਭ ਕੁਝ ਭੇਟਾ ਕਰ ਦਿੰਦਾ, ਸੌਂਪਣਾ ਕਰ ਦਿੰਦਾ ਹੈ। ਗੁਰੂ ਅੱਗੇ ਮਰਨਾ ਹੀ ਹੋਇਆ। ਗੁਰੂ ਆ ਫੜ ਮੇਰੀ ਮੱਤ, ਆਪਣੀ ਮੱਤ ਇੱਥੇ ਪਾ ਦੇ, ਇਹੋ ਮਰਨਾ ਹੈ। ਸ਼ਬਦ ਇਹੋ ਹੀ ਗੱਲ ਦੱਸਦਾ ਵੀ ਗੁਰੂ ਸਾਹਿਬ ਜੀ ਆ ਲੋ, ਸਾਡੀ ਮੱਤ ਤੇ ਛੋਟੀ ਸੀ, ਇਹਨੂੰ ਰੱਖੋ, ਇਹਦੇ ਚ ਹੁਣ ਤੁਸੀਂ ਜੋ ਆਪਣੀ ਮੱਤ ਪਾਓ। ਮੱਥਾ ਵੀ ਤਾਂ ਹੀ ਟੇਕਦੇ ਆ ਨਾ ਗੁਰੂ ਦੇ ਅੱਗੇ। ਤੇ ਮੱਥਾ ਜਿਹੜਾ ਹੈ ਕੰਪਿਊਟਰ ਦਾ ਜਿਹਦੇ ਹਾਰਡ ਡਿਸਕ ਹੁੰਦੀ ਹੈ ਨਾ, ਸਾਰਾ ਡਾਟਾ ਉਹ ਚ ਸੇਵ ਹੈ। ਇਹ ਸਾਡਾ ਦਿਮਾਗ ਦੇ ਬ੍ਰੇਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਸੀਂ ਘਾਟ ਤੇ ਘੜੀ ਹੈ ਸਰੀਰ ਦੀ, ਵੀ ਸੈਂਟਰ ਪੁਆਇੰਟ ਹੈ। ਤੇ ਫਿਰ ਝੁਕਾਉਂਦੇ ਕਿਉਂ ਆ ਗੁਰੂ ਦੇ ਅੱਗੇ? ਮਹਾਰਾਜ ਇਸ ਦੇ ਵਿੱਚ ਕੁਛ ਪਾ ਦਿਓ, ਇਹਨੂੰ ਭਰ ਦਿਓ, ਇਹ ਚ ਕੁਝ ਫੀਡ ਕਰ ਦਿਓ, ਸੇਵ ਕਰ ਲਈਏ ਇਹਨੂੰ। ਬਸ ਦੁੱਖ ਤਾਂ ਇਸੇ ਗੱਲ ਦਾ ਹੀ ਹੈ, ਉਹ ਸੇਵ ਹੋਇਆ ਹੀ ਨਹੀਂ। ਡਾਟਾ ਤਾਂ ਗੁਰੂ ਨੇ ਦੇ ਦਿੱਤਾ, ਸੁਣਿਆ ਵੀ, ਪਰ ਉਹ ਬਾਹਰੋਂ ਬਾਹਰ ਹੀ ਡਿਲੀਟ ਹੋ ਗਿਆ। ਹੁਣ ਜਦੋਂ ਡਿਲੀਟ ਹੀ ਹੋ ਗਿਆ, ਫਿਰ ਅਸੀਂ ਤਾਂ ਉਹਨੂੰ ਬਾਹਰ ਰੀਸਾਈਕਲ ਬਿਨ ਚੋਂ ਹੀ ਬਾਹਰ ਕੱਢ ਕੇ ਸੁੱਟਤਾ, ਉਹ ਵੀ ਖਾਲੀ ਕਰਤਾ, ਦੁਬਾਰਾ ਆਇਆ ਵੀ ਕੋਈ ਨਹੀਂ। ਖਿਆਲ ਦੀ ਕਮਾਲ। ਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਬਦ ਤਾਂ ਇਹੋ ਜਿਹੀ ਚੀਜ਼ ਸੀ ਜਿਹਨੇ ਤਾਂ ਨਿਹਾਲ ਕਰ ਦੇਣਾ ਸੀ। ਜੋਗੀ ਜੀ ਸ਼ਬਦ ਹੀ ਹੈ ਜਿਹਦੇ ਨਾਲ ਅੰਦਰ ਪ੍ਰਕਾਸ਼ ਹੁੰਦਾ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦ ਹੈ ਪਾਵੇ ਕੋਈ। ਜਦੋਂ ਉਹ ਸ਼ਬਦ ਵਿੱਚ ਮਰਦਾ ਨਾ, ਫਿਰ ਉਹਨੂੰ ਅੰਮ੍ਰਿਤ ਨਾਮ ਮਿੱਠਾ ਲੱਗਦਾ ਹੈ। ਫਿਰ ਆਪਣੇ ਆਪ ਨੂੰ ਕਹਿੰਦਾ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਭੋਜਨ ਤੁਧ। ਫਿਰ ਕਹਿੰਦਾ
फिर गल कहता जी बाबा फरीद जी ने कही है, शक्कर मिठी, खंड मिठी, शहद मिठा, मिश्री मिठी, किनिया चीज़ां मिठियां, जो सारा मिठा कर दईए, सब नूं मिला दईए, शक्कर, खंड, निवात, गुड़, माखियों, दुध, सारा सारियां मिठी है, मिठास है, तसीर मिठी है। एक चम्मच भी मिठे का खाना औखा हुंदा है, ते सारियां चीज़ां दा मिठा कितना मिठा होएगा। पर सभे वस्तु मिठियां है तो मिठियां, पर ये सारियां तेरे तक नहीं पहुंचाउंदियां, जिन्ना कि रब दे नाम दा नाम मिठा वो कुछ भी नहीं उहदे बराबर, उहदे बराबर तुल भी नहीं आन। ते पता किवें लगदा है, अमृत नाम सदा मन मीठा, शब्द है पावे कोई। वो तो ਉਹਨੂੰ है ਜਿਹੜਾ शब्द ਵਿੱਚ रंग के अपने आप ਨੂੰ आनंद मान लेंदा है। फिर अगे गुरु पातशाह ने कहा, हम शब्द मूए, गुरु अमरदास महाराज सोरठ राग ਦੇ ਵਿੱਚ ਸਾਹਿਬ श्री गुरु ग्रंथ साहिब जी ਦੇ पावन अंक 601 ਤੇ, हम शब्द मूए मार जिवाले भाई, शब्दे ही मुक्त पाई। बंधन ਤਾਂ ਤੋੜੇ शब्द ने शब्द ने सानू इथों बचा लिया मरण जीन दे चक्कर तो। शब्द मन तन निर्मल होआ, हर वसिया मन आई, तो पवित्र हो गया शब्द नाल, मन भी तन भी सब पवित्र हो गया। सतगुरु जी फिर कहते, शब्द गुरदाता जित मन राता, हर स्यों रहा समाई, शब्द ना जाने। अगे फिर कमाल की गल की, लो वे कहते हुण जिहड़े शब्द की पहचान ही नहीं करते, शब्द ना जाने से अन्ने बोले, से कित आए संसारा। अन्ना वो नहीं जिन्हों रब ने देखने की शक्ति नहीं दी, अन्ना वो है जिन्हें गुरु का शब्द नहीं पछाणिया। अन्ना वो है, गुरु अमरदास जी कहते हैं, मोहर लाउंदे ने, शब्द ना जाने से अन्ने बोले, से कित आए संसारा। कद लई आए सी? धक्के खाण आए सी? इस संसार ते भेजा कद लई सी तैनूं? शब्द की पछाण नहीं की, क्यों नहीं की, किस तरह हुई? अगे पौड़ियां आउणगियां, सारी व्याख्या उहदे च आई जाएगी। ते गुरु पातशाह कहते, हर रस ना पाया साध गवाया, हर रस ना पाया साध, हर रस ना पाया बिरथा जन्म गवाया, जम्मे वारो वारा। भी उन्हें अपने जन्म ही बिरथा गवा लिया, वो तो जाया आया भावे ना आया। कहते असल च विष्टा के कीड़े, विष्टा माहे समाए, मनमुख मुग्ध गवारा। ये तो विष्टा के कीड़े ने जिहड़े शब्द की पहचान नहीं करते। जोगी, शब्द है जीवन, शब्द है आधार, शब्द है जिंदगी का सोमा, शब्द है जिंदगी का अमृत, शब्द है केंद्र, शब्द है जीवन। जिस जिंदगी च शब्द नहीं वसिया, शब्द ना रंगी नहीं गई, तो मरिया होया है, मरिया होया है। जो शब्द सुनिया सी ना लैणे ने बाबे नानक दे अगों, इको गल कही सी, जब शब्द सुने सी बाबा अमरदास जी ने बीबी अमरो जी पासों, ते जाके कहा सी, बीबी शब्द किहदा है, किहदा बोल किहदे ने? वो कहंदे मेरे पातशाह दे, गुरु नानक देव महाराज दे बोल ने। ते अगों उन्होंने की कहा सी? जवाब की दिता, कहते मैं मरिया होया सा, मैं मरिया होया सा, तेरे बोला ने मैनू जवा दिता है, अंदर जीवन दे दिता है। शब्द तो इन्ना की सुनिया सी ना, करनी कागद मन मसवाणी, बुरा भला दो लेख पे, यही शब्द सुनिया सी ना। काया आरन मन विच लोहा, उस दिन आप यही सुनिया सी। कमाल दे बोल, कमाल दे बोल है। शब्द, एक शब्द सुन के ही सज्जन वर्गी मरी हुई आत्मा जाग गई। असीं उहनूं ठगी कही जाने, वो तो सज्जन बन गया सी। हिरदे दा कमल रूपी फुल उदों खुड़ना जदों शब्द ना मर जाना है। ते सतगुरु जी कहते जी कि ये तां संसार जिहड़ा है, ये दुनिया डरदी है मौत तो, पर मैनूं तां समझ शब्द नाल जुड़ के आई, मौत है की है। एक गल दी समझी जिहड़ी मैनूं उदों आई। भगत कबीर जी का बोल असीं आम ही पढ़ते हैं, आम ही पढ़ते हैं। जिस मरने ते जग डरे, मेरे मन आनंद, मरने ही ते पाइए पूर्ण परमानंद। की बोल है?
क्यों आ गया आनंद, कित्थों पैदा हो गया? शब्द नाल। शब्द ने रंग दिता। आनंद आनंद है ही अगे, खेड़ ही आनंद दी है, अंदर खेड़ा बन गया। फिर कहते ने जिह मरने सब जगत तरासिया, त्रा त्रा करदी दुनिया मौत दीयां गल्लां सुन के, पर सो मरना गुर शब्द प्रगासिया। भगत कबीर जी गौड़ी राग ਉਹ ਕਹਿੰਦੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਕਰਤਾ, ਮੇਰੇ ਮਰਨ ਦੀਆਂ ਸਮਝ ਆ ਗਈ, ਮੈਨੂੰ ਜੀਵਨ ਮਰਨ ਦੀ ਖੇਡ ਕੀ ਹੈ। ਫਿਰ ਕਹਿੰਦੇ ਅਬ ਕੈਸੇ ਮਰੂ, ਮਰਨ ਮਨ ਮਾਨਿਆ। ਭਗਤ ਜੀ ਕਹਿੰਦੇ ਹੁਣ ਦੱਸੋ ਬਈ ਕਹਾਣੀ ਕੀ ਹੈ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਦੇ ਹੋਈ ਨੇ, ਗੱਲਾਂ ਅਸਲ ਚ ਅੰਦਰੋਂ ਮਰੇ ਹੋਏ ਨੇ, ਜਿਨ੍ਹਾਂ ਨੇ ਅੰਦਰ ਸ਼ਬਦ ਨਾਲ ਪ੍ਰੀਤ ਨਹੀਂ ਪਾਈ। मरनो मरन कहे सब कोई, पर सहजे मरे अमर होए सोई। जिहड़ा शब्द नाल जुड़ गया वो तो डरदा ही नहीं चीज़ां तो। जीवत मरे तो सब कुछ सूझे। मरण तो बाद की कहानी नहीं है। मरण तो बाद तो जिन्नी मर्जी अरदास कर दी इहनूं चरनां च निवास बख्श दिओ। जीवन च मरे ही नहीं, मरना सिक्ख्या ही नहीं, मरना आया ही नहीं। अंतर जाने सर्ब दिया। कहते अंदर फिर ਉਹਦੇ ਜਦੋਂ ਕੌਲ ਫੁੱਲ ਖਿੜਦਾ ਨਾ ਸ਼ਬਦ ਦੇ ਨਾਲ, ਜੋਗੀ ਜੀ ਜਦੋਂ ਰੰਗਿਆ ਜਾਂਦਾ ਨਾ, ਫਿਰ ਸਾਰਿਆਂ ਤੇ ਦਇਆ ਕਰਨ ਦਾ ਸੁਭਾਅ ਬਣ ਜਾਂਦਾ। ਲੋੜਵੰਦ ਖਾਲੀ ਨਹੀਂ ਜਾਂਦਾ, ਲੋੜਵੰਦ ਖਾਲੀ ਨਹੀਂ ਜਾਂਦਾ। ਇਤਿਹਾਸ ਦੀਆਂ ਬਹੁਤ ਸਾਰੀਆਂ ਸਾਖੀਆਂ ਐਸੀਆਂ ਆਉਂਦੀਆਂ ਨੇ ਜਿਹਨਾਂ ਵਿੱਚ ਸਾਨੂੰ ਇਹ ਗੱਲਾਂ ਸਾਰੀਆਂ ਸਪਸ਼ਟ ਆਉਂਦੀਆਂ। ਲੋੜਵੰਦ ਖਾਲੀ ਨਹੀਂ ਜਾਂਦਾ, ਉਹਨੂੰ ਦਇਆ ਦੇ ਉਹਦੇ ਹਿਰਦਾ ਕਹਿੰਦੇ ਨੇ ਮੋਮ ਵਾਂਗੂ ਪਿਘਲ ਜਾਂਦਾ ਹੈ। ਏਦਾਂ ਨਹੀਂ ਲੋਹੇ ਵਾਂਗੂ ਸਖਤ ਹਿਰਦਾ ਵੀ ਜਦੋਂ ਸ਼ਬਦ ਅੰਦਰ ਵਸ ਜਾਏ ਤੇ ਮੋਮ ਵਾਂਗੂ ਪਿਘਲ ਜਾਂਦਾ ਹੈ। ਜਦੋਂ ਸੇਕ ਲੱਗਿਆ ਸ਼ਬਦ ਦਾ, ਮੋਮ ਵਾਂਗੂ ਪਿਘਲ ਗਿਆ, ਨਰਮ ਹੋ ਗਿਆ। ਜੀਵਤ ਮਰੈ ਤਾਂ ਸਭ ਕੇ ਸੂਝੈ, ਅੰਤਰ ਜਾਣੇ ਸਰਬ ਦਿਆ। ਨਾਨਕ ਤਾਂ ਕੋ ਮਿਲੈ ਵਡਾਈ, ਆਪ ਪਛਾਣੇ ਸਰਬ ਜੀਆਂ। ਸਰਬ ਜੀਆਂ ਆਪ ਪਛਾਣੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਬਈ ਦੇਖੋ ਜੋਗੀ, ਇੱਜ਼ਤ ਉਹਨੂੰ ਮਿਲਦੀ ਹੈ ਕਿਹਨੂੰ? ਨਾਨਕ ਤਾਂ ਕੋ ਵਡਾਈ, ਕਿਹਨੂੰ? ਆਪ ਪਛਾਣੇ, ਜਿਹੜਾ ਸਾਰੇ ਜੀਵਾਂ ਚ ਪਰਮੇਸ਼ਰ ਦੀ ਜੋਤ ਨੂੰ ਸਮਝਦਾ ਹੈ, ਜਿਹੜਾ ਸਮਝਦਾ ਹੈ ਸਾਰਿਆਂ ਚ ਮੇਰੇ ਮਾਲਕ ਦੀ ਜੋਤ ਹੈ। ਜੋਤ ਨੂੰ ਸਭ ਵੀ ਵੇਖਦਾ ਹੈ। ਜਿਹੜੀ ਜੋਤ ਉਹਦੇ ਅੰਦਰ ਹੈ, ਜਦੋਂ ਉਹ ਇਸ ਜੋਤ ਨੂੰ ਬਾਕੀਆਂ ਦੇ ਅੰਦਰ ਵੇਖਦਾ ਤਾਂ ਫਿਰ ਕਹਿੰਦੇ ਨੇ ਉਹ ਗੱਲ ਸਮਝ ਆ ਜਾਂਦੀ ਹੈ। ਸਾਰੇ ਜੀਵਾਂ ਦੇ ਉੱਤੇ ਉਹ ਜੋਤ ਦਾ ਦਰਸ਼ਨ ਕਰਦਾ ਹੈ। ਤੋ ਇਸ ਪੌੜੀ ਚ ਗੁਰੂ ਪਾਤਸ਼ਾਹ ਜੀ ਨੇ ਗੱਲ ਸਮਝਾਈ ਵੀ ਘੱਟ ਘੱਟ ਵਿੱਚ ਪਰਮੇਸ਼ਰ ਦੀ ਆਪਣੀ ਜੋਤ ਜਿਹੜੀ ਆ ਪਸਰ ਰਹੀ ਹੈ। ਧਰਤੀ, ਚੰਦਰਮਾ, ਸੂਰਜ, ਤਾਰੇ, ਪਸ਼ੂ, ਪੰਛੀ, ਦਰਿਆ, ਸਮੁੰਦਰ, ਪਹਾੜ, ਸਾਰੀ ਕੁਦਰਤ ਜਿਹੜੀ ਹੈ ਪ੍ਰਭੂ ਦੇ ਹੁਕਮ ਵਿੱਚ ਜਿਹੜੀ ਹੈ ਸਰੂਤੀ ਪਰੋਤੀ ਹੋਈ ਹੈ। ਜਦੋਂ ਜੀਵ ਦਾ ਮਨ ਗੁਰੂ ਦੇ ਸ਼ਬਦ ਨਾਲ ਪਤੀਤ ਜਾਂਦਾ ਹੈ, ਪਰਚ ਜਾਂਦਾ ਹੈ, ਤਤ ਗਿਆਨ ਹੋ ਜਾਂਦਾ ਹੈ, ਉਦੋਂ ਹੀ ਅਸਲ ਜੋਗੀ ਹੈ। ਅਸਲ ਵਿੱਚ ਉਦੋਂ ਹੀ ਜੋਗੀ ਬਣਦਾ ਹੈ। ਆਪੇ ਦੀ ਪਛਾਣ ਕਰਕੇ ਫਿਰ ਸਾਰਿਆਂ ਜੀਵਾਂ ਦੇ ਵਿੱਚ ਪ੍ਰਭੂ ਦੀ ਜੋਤ ਦਾ ਦਰਸ਼ਨ ਦਾ ਆਨੰਦ ਮਾਣਦਾ ਹੈ। ਇੰਨਾ ਵਿਸ਼ਾਲ ਦਾਇਰਾ ਉਹਦੀ ਸੋਚ ਦਾ ਬਣ ਜਾਂਦਾ ਹੈ। ਇਹ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇੱਕ ਓਂਕਾਰ ਨੇ, ਇੱਕ ਕਰਤਾਰ ਨੇ ਹੀ ਸ੍ਰਿਸ਼ਟ ਸਾਜੀ, ਇੱਕ ਕਰਤਾਰ ਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ। ਆਪਣੇ ਨਿਰਗੁਣ ਤੋਂ ਸਰਗੁਣ ਸਰੂਪ ਵਿੱਚ ਅਸੀਂ ਪ੍ਰਗਟ ਹੋਏ। ਅਖੀਰ ਜਗਲੀਆਂ ਪੌੜੀਆਂ ਚ ਹੋਰ ਇਹਨਾਂ ਦਾ ਚੀਜ਼ਾਂ ਦਾ ਵਿਸਥਾਰ ਆਏਗਾ ਕਿ ਸਰਗੁਣ ਕਿਵੇਂ ਹੈ ਤੇ ਨਿਰਗੁਣ ਕਿਵੇਂ ਹੈ, ਰਹਿਣਾ ਕਿਉਂ ਨਹੀਂ, ਜਾਣਾ ਕਿੱਥੇ। ਇਹ ਸਾਰੀ ਕਹਾਣੀ ਜਿਹੜੀ ਹੈ ਗੁਰੂ ਪਾਤਸ਼ਾਹ ਨੇ ਸਿੱਧ ਗੋਸ਼ਟ ਦੀਆਂ ਅਗਲੀਆਂ ਪੌੜੀਆਂ ਚ ਹੀ ਬਿਆਨ ਕੀਤੀ ਹੋਈ ਹੈ। ਤੋ ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੇ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਏ, ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਸ਼ਬਦ ਨਾਲ ਪ੍ਰੀਤ ਬਣ ਜਾਏ, ਸ਼ਬਦ ਨਾਲ ਰੰਗਿਆ ਜਾਏ। ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਸ਼ਬਦ ਨਾਲ ਰੰਗਦੇ ਜਾਵਾਂਗੇ, ਸ਼ਬਦ ਦਾ ਰੰਗ ਸਾਡੇ ਤੇ ਚੜ੍ਹਦਾ ਜਾਏਗਾ, ਤਿਵੇਂ ਤਿਵੇਂ ਸਾਡੇ ਅੰਦਰੋਂ ਹਉਮੈ, ਦੂਜਾ ਭਾਵ, ਵਿਤਕਰੇ ਦੀਆਂ ਕੰਧਾਂ ਜਿਹੜੀਆਂ ਹਨ ਉਹ ਟੁੱਟਦੇ ਜਾਣਗੀਆਂ, ਅੰਦਰੋਂ ਢਹਿ ਢੇਰੀ ਹੁੰਦੀਆਂ ਜਾਣਗੀਆਂ ਤੇ ਨਾਲ ਵਸਦੇ ਹੋਏ, ਅੰਦਰ ਹੀ ਵਸਦੇ ਹੋਏ ਨਿਰਗੁਣ ਸਰੂਪ ਪਰਮੇਸ਼ਰ ਦਾ ਦੀਦਾਰ ਜਿਹੜਾ ਹੈ ਇਹਨਾਂ ਆਪਣੇ ਅੰਦਰਲੇ ਅੱਖਾਂ ਦੇ ਨਾਲ ਹੋ ਜਾਂਦਾ ਹੈ। ਉਹਦੇ ਨਾਲ ਜੋਤ ਜੋਤੀ ਚ ਮਿਲਦੀ ਹੈ। ਪਰ
ਸੋਚ ਦਾ ਦਾਇਰਾ ਬਹੁਤ ਵਿਸ਼ਾਲ ਤੇ ਗੁਰੂ ਸ਼ਬਦ ਦੀ ਪ੍ਰੀਤ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ ਹੈ। ਬਾਹਰ ਭੇਖ ਪਹਿਰਾਵੇ ਨਾਲ ਕੁਝ ਨਹੀਂ ਹੋਣਾ, ਕੇਵਲ ਤਾਂ ਕੇਵਲ ਗੁਰੂ ਪਾਤਸ਼ਾਹ ਨੇ ਗੱਲ ਸਮਝਾਈ ਹੈ, ਓਂਕਾਰ ਏਕੋ ਰਵ ਰਿਹਾ, ਸਭ ਇੱਕ ਸਮਾਏ ਸਮਾਵੇ ਰੂਪ, ਸਾਰਿਆਂ ਨੇ ਉਹਦੇ ਚ ਸਮਾਉਣਾ ਹੈ, ਸਾਰਿਆਂ ਚ ਉਹਦੀ ਜੋਤ ਹੈ, ਸਾਰਿਆਂ ਚ ਉਹਦਾ ਰੂਪ ਰੰਗ ਹੈ। ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ 1310 ਅੰਕ ਤੇ ਹੈ, ਤੇ ਓਂਕਾਰ ਇੱਕੋ ਰਵ ਰਿਹਾ, ਸਭ ਇੱਕ ਸਮਾਏ ਸਮਾਵੇ ਗੋ। ਸਾਰੇ ਗੁਰੂ ਪਾਤਸ਼ਾਹ ਜੀ ਦੀ ਇੰਨੀ ਵਿਸ਼ਾਲ ਸੋਚ ਸਾਡੀ ਝੋਲੀ ਵਿੱਚ ਪਾਈ ਹੈ। ਜਦੋਂ ਗੁਰੂ ਦੇ ਸ਼ਬਦ ਦੀ ਪਛਾਣ ਨਹੀਂ ਹੁੰਦੀ, ਉਦੋਂ ਹਉਮੈ ਦੀਆਂ ਕੰਧਾਂ ਵੀ ਦੂਰ ਨਹੀਂ ਹੁੰਦੀਆਂ, ਕਵਲ ਵੀ ਖਿੜਦਾ ਨਹੀਂ, ਬਸ ਕਵਲ ਦਾ ਫੁੱਲ ਵੀ ਮੁਰਝਾਇਆ ਰਹਿੰਦਾ ਹੈ ਅੰਦਰ। ਇਸ ਲਈ ਲੋੜ ਹੈ ਗੁਰੂ ਦੇ ਸ਼ਬਦ ਨੂੰ, ਸੱਚ ਨੂੰ ਪਛਾਣਨ ਦੀ। ਸੱਚ ਦੀ ਪਛਾਣ ਤਾਂ ਹੁੰਦੀ ਹੈ ਜਦੋਂ ਜਿਨੀ ਆਤਮ ਚੀਨਿਆ, ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ ਹੋਈ। ਜਿਹਨੇ ਅੰਦਰ ਦੀ ਪਛਾਣ ਕਰ ਲਈ ਵੀ ਮੈਂ ਕਿੱਥੇ ਹਾਂ, ਮੈਂ ਕਿੱਥੇ ਖੜਾ ਹਾਂ, ਬਿਨਾਂ ਆਪਣੇ ਆਪ ਤੋਂ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਇਹ ਭਟਕਣਾ ਦਾ ਕਾਈ ਦੂਰ ਨਹੀਂ ਹੁੰਦੀ, ਆਪਣੇ ਆਪ ਦੀ ਪਛਾਣ ਕਰੋ। ਗੁਰੂ ਪਾਤਸ਼ਾਹ ਨੇ ਇਹੋ ਗੱਲ ਸਮਝਾਈ ਕਿ ਅਸੀਂ ਕਿੱਥੇ ਖੜੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਨੂੰ ਬੇਨਤੀ ਹੈ, ਪਿਆਰ ਸਤਿ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।